ਸਭ ਤੋਂ ਪਹਿਲੇ ਇਹ ਦੱਸੋ ਵੀ ਜਿਹੜਾ ਇੱਕ ਡੈਪੂਟੇਸ਼ਨ ਸ਼ਬਦ ਬਹੁਤ ਜ਼ਿਆਦਾ ਸੁਣਨ ਨੂੰ ਮਿਲਿਆ, ਖਾਸ ਕਰਕੇ ਜੇ ਅਸੀਂ ਲਵਪ੍ਰੀਤ ਸਿੰਘ ਦਾ ਕੇਸ ਦੇਖਦੇ ਹਾਂ, ਇਸ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਦਾ ਹੈ, ਸਰਦਾਰ ਲਵਪ੍ਰੀਤ ਸਿੰਘ ਦੇ ਪਰਿਵਾਰ ਦੇ ਨਾਲ ਜਾ ਕੇ ਮਿਲਦਾ ਹੈ, ਉੱਥੇ ਜਾ ਕੇ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਹੈ ਤੇ ਇਹ ਕਹਿੰਦਾ ਵੀ ਅਸੀਂ ਉਸ ਲੜਕੀ ਨੂੰ ਬਹੁਤ ਜਲਦੀ ਰਿਪੋਰਟ ਕਰਵਾਵਾਂਗੇ। ਇਕੱਲੀ ਉਹ ਨਹੀਂ ਹੈ, ਹੋਰ ਵੀ ਬਹੁਤ ਕੇਸ ਜਿਹੜੇ ਹਜ਼ਾਰਾਂ ਕੇਸ ਆ ਰਹੇ ਨੇ। ਇਹਦੇ ਵਿੱਚ ਭਾਵਨਾਤਮਕ ਤੌਰ ਤੇ ਕਾਨੂੰਨੀ ਪੱਖ ਕੀ ਹੈ? ਡੈਪੂਟੇਸ਼ਨ ਕੋਈ ਖੇਡ ਨਹੀਂ ਆ। ਡੈਪੂਟੇਸ਼ਨ ਬਹੁਤ ਸੀਰੀਅਸ ਪ੍ਰੋਸੈਸ ਆ। ਕੈਨੇਡਾ ਦਾ ਲਾਅ ਇਹ ਗੱਲ ਕਹਿੰਦਾ ਹੈ ਕਿ 1000 ਗੁਨੇਗਾਰ ਮਾਫ ਹੋ ਜਾਣ ਪਰ ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਸੋ ਹਰੇਕ ਇਨਸਾਨ ਨੂੰ ਜਦ ਤੱਕ ਸਜ਼ਾ ਨਹੀਂ ਹੋ ਜਾਂਦੀ ਤਦ ਤੱਕ ਉਹਨੂੰ ਬੇਗੁਨਾਹ ਹੀ ਸਮਝਿਆ ਜਾਂਦਾ ਆ। ਮੈਂ ਟ੍ਰਿਬਿਊਨਲ ਜਾ ਕੇ ਮੰਨ ਲਓ, ਮੈਂ ਤਾਂ ਇਸ ਪੱਖ ਨਾਲ ਵੀ ਚੱਲ ਰਿਹਾ ਕਿ ਮੰਨ ਲਓ ਕਿ ਟ੍ਰਿਬਿਊਨਲ 'ਚ ਉਹ ਇਨਸਾਨ ਕੇਸ ਹਾਰ ਜਾਂਦਾ ਹੈ, ਉਸ ਤੋਂ ਬਾਅਦ ਉਹਦੇ ਕੋਲ ਅਪੀਲ ਦਾ ਅਧਿਕਾਰ ਹੈ, ਟ੍ਰਿਬਿਊਨਲ ਅਪੀਲ ਦਾ। ਫਿਰ ਟ੍ਰਿਬਿਊਨਲ ਅਪੀਲ ਤੋਂ ਬਾਅਦ ਉਹਦੇ ਕੋਲ ਫੈਡਰਲ ਕੋਰਟ ਜਾਣ ਦਾ ਅਧਿਕਾਰ, ਫੈਡਰਲ ਕੋਰਟ ਤੋਂ ਬਾਅਦ ਫੈਡਰਲ ਕੋਰਟ ਅਪੀਲ ਜਾਣ ਦਾ ਅਧਿਕਾਰ। ਸੋ ਇਸ ਪੂਰੇ ਪ੍ਰੋਸੈਸ ਨੂੰ ਅਗਰ ਤੁਸੀਂ ਦੇਖੋਗੇ ਦਿਨਾਂ ਦਾ ਨਹੀਂ, ਇਹ ਮਹੀਨਿਆਂ ਜਾਂ ਸਾਲਾਂ ਬੱਧੀ ਪ੍ਰੋਸੈਸ ਆ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜਾ ਬੰਦਾ ਕੈਨੇਡਾ 'ਚ ਆ ਗਿਆ ਤੇ ਉਹਨੇ ਕੋਈ ਕ੍ਰਾਈਮ ਕੀਤਾ ਹੋਇਆ, ਉਹਦੇ ਉੱਤੇ ਕੋਈ FIR ਦਰਜ ਹੋ ਗਈ ਹੈ ਇੰਡੀਆ ਦੇ ਵਿੱਚ, ਤੇ ਉਹਨੂੰ ਇਸ ਬੜੇ ਆਰਾਮ ਨਾਲ PR ਮਿਲ ਜੂਗੀ। ਕਿਸੇ ਵੀ ਇਨਸਾਨ ਨੂੰ ਉਨੀ ਦੇਰ ਤੱਕ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲ ਸਕਦੀ ਜਦ ਤੱਕ ਉਹਨੂੰ ਹਿੰਦੁਸਤਾਨ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਾ ਮਿਲ ਜੇ। ਤੇ ਕੁਝ ਲੋਕ ਸਾਡੇ ਤੇ ਇਸ ਇੰਟਰਵਿਊ ਤੋਂ ਬਾਅਦ ਇਹ ਸਵਾਲ ਕਰ ਸਕਦੇ ਆ ਜੀ ਵੀ ਤੁਸੀਂ ਤਾਂ ਇਸ ਦੇ ਨਾਲ ਉਹ ਲੜਕੀ ਦੇ ਤੇ ਹੋਰ ਬੱਚਿਆਂ ਦੇ ਹੌਸਲੇ ਬੁਲੰਦ ਕੀਤੇ ਆ। ਮੈਂ ਇਹ ਗੱਲ ਕਲੀਅਰ ਕਰ ਰਿਹਾ ਹਾਂ ਕਿ ਰਸਤਾ ਅਗਰ ਲਾਈਕ ਤੁਸੀਂ ਇਹ ਰਸਤਾ ਚੂਜ਼ ਕਰਦੇ ਪਏ ਹੋ ਤੇ ਰਸਤਾ ਤੁਹਾਡੇ ਲਈ ਵੀ ਸੁਖਾਲਾ ਨਹੀਂ। ਰਸਤਾ ਤੁਹਾਨੂੰ ਵੀ PR ਨਹੀਂ ਮਿਲਣੀ ਜਦ ਤੱਕ ਤੁਹਾਡਾ ਉੱਥੇ ਕੇਸ ਨਹੀਂ ਮੁੱਕਦਾ। ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਚੱਲੋ ਕਿ ਇਹ ਲੰਬੀ ਲੜਾਈ ਲੜਨ ਚੱਲੇ ਹੋ, ਨਾ ਕਿ ਇਹ ਪ੍ਰਿਪੇਅਰ ਕਰਕੇ ਚੱਲੋ ਕਿ ਹਾਂ 5 ਦਿਨਾਂ ਦੇ ਵਿੱਚ ਕੰਮ ਖਤਮ ਆ। ਜਦੋਂ 5 ਦਿਨਾਂ 'ਚ ਨਾ ਕੰਮ ਖਤਮ ਹੋਇਆ, ਉਹਨਾਂ ਨਾਲ ਤਾਂ ਦੁਬਾਰਾ ਤੋਂ ਇੱਕ ਨਵਾਂ ਧੋਖਾ ਹੋ ਜਾਊਗਾ। ਉਹਨਾਂ ਦਾ ਲਾਅ ਦੇ ਉੱਤੋਂ ਵੀ ਵਿਸ਼ਵਾਸ ਉੱਠ ਲੜਕੀਆਂ ਹਜ਼ਾਰਾਂ ਕੇਸ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਆ ਵੀ ਲੜਕੀਆਂ ਵੱਲੋਂ ਲੜਕਿਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ, ਹਜ਼ਾਰਾਂ ਕੇਸ। ਤੁਸੀਂ ਇਸ ਦੇ ਲਈ ਦੋਸ਼ੀ ਕਿਹਨੂੰ ਮੰਨਦੇ ਹੋ? ਕੀ ਤੁਸੀਂ ਮੰਨਦੇ ਵੀ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਦੇ ਸਲਾਹਕਾਰ ਭਾਈਚਾਰਾ ਹੈਗਾ ਉਹਨਾਂ ਵੱਲੋਂ ਵੀ ਗਲਤ ਜਾਣਕਾਰੀ, ਸਹੀ ਸਮੇਂ ਤੇ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ? ਜੀ, ਪਹਿਲੀ ਗੱਲ ਤਾਂ ਕਿਸੇ ਬੰਦੇ ਦੀ ਇੰਨੀ ਹਿੰਮਤ ਹੀ ਨਹੀਂ ਪੈ ਸਕਦੀ ਕਿ ਉਹ ਕਿਸੇ ਬੰਦੇ ਕੋਲੇ ਆ ਕੇ ਏਦਾਂ ਕਹਦੇ ਕਿ ਇਹ 4 ਬੱਚੀਆਂ ਵਿੱਚੋਂ ਇੱਕ ਬੱਚੀ ਚੂਜ਼ ਕਰੋ ਸਾਡੇ ਬੱਚੇ ਵਾਸਤੇ, ਕਿਉਂਕਿ ਇਹਦਾ ਆਈਲੈਂਡ ਹੋਇਆ। ਦੈਟ ਮੀਨਸ ਕਿ ਅਗਰ ਤੁਸੀਂ ਕਿਸੇ ਐਸੇ ਬੰਦੇ ਕੋਲੇ ਗਏ ਹੈਗੇ ਹੋ ਤੇ ਉਹਦਾ ਮੋਰਲ ਸਟੈਂਡਰਡ ਕੋਈ ਨਹੀਂ ਹੈ। ਕੈਨੇਡੀਅਨ PR, ਕੈਨੇਡੀਅਨ ਸਿਟੀਜ਼ਨਸ ਇੰਡੀਆ 'ਚ ਜਾਂਦੇ ਸੀ, ਭਾਵੇਂ ਉਹ ਮੁੰਡੇ ਹੋਣ ਭਾਵੇਂ ਉਹ ਕੁੜੀਆਂ ਹੋਣ। ਦੋਨੋਂ ਸਟੋਰੀਜ਼ ਆਪਾਂ ਸੁਣੀਆਂ। ਆਲਰੇਡੀ ਵਿਆਹ ਹੋਏ ਹੁੰਦੇ ਸੀ, ਉੱਥੇ ਜਾ ਕੇ ਧੋਖੇ ਕਰਦੇ ਸੀ, ਜਾਂ ਉੱਥੇ ਦੀ ਪੈਸੇ ਲੈ ਲੈਂਦੇ ਸੀ ਤੇ ਪਤਾ ਚੱਲਦਾ ਸੀ ਬੰਦੇ ਦਾ ਆਲਰੇਡੀ ਵਿਆਹ ਹੋਇਆ ਸੀ ਤੇ ਉਹ ਵਾਈਫ ਨੂੰ ਨਹੀਂ ਸਾਧਦਾ ਸੀ। ਹੁਣ ਇਹ ਸਟੂਡੈਂਟਸ ਦੀ ਲਾਈਫ ਦੇ ਵਿੱਚ ਸਟਾਰਟ ਹੋ ਗਿਆ ਕਿ ਸਟੂਡੈਂਟਸ ਦਾ ਸਪਾਊਸਲ ਓਪਨ ਵਰਕ ਪਰਮਿਟ ਦੀ ਆੜ ਦੇ ਥੱਲੇ ਇਹ ਇੱਕ ਨਵਾਂ ਸੌਦੇਬਾਜ਼ੀ ਸ਼ੁਰੂ ਹੋ ਗਈ ਹੈ। ਕਸੂਰਵਾਰ ਤੁਸੀਂ ਪੁੱਛਿਆ ਕੌਣ? ਏਜੰਟ ਕਸੂਰਵਾਰ ਬਿਲਕੁਲ ਹੋਏਗਾ, ਪਰ ਉਸ ਤੋਂ ਵੀ ਵੱਡੇ ਕਸੂਰਵਾਰ ਦੋਨੋਂ ਪਾਰਟੀਆਂ, ਮੁੰਡੇ ਵਾਲੀ ਪਾਰਟੀ ਵੀ ਤੇ ਕੁੜੀ ਵਾਲੀ ਪਾਰਟੀ ਵੀ, ਜਿਨ੍ਹਾਂ ਨੇ ਇਹ ਸੌਦਾ ਕਰਨ ਨੂੰ ਰਾਜੀ ਹੋਏ। ਜਿਹੜੇ ਇਮੀਗ੍ਰੇਸ਼ਨ ਦੇ ਅੱਜ ਕੱਲ੍ਹ ਇੰਡੀਆ ਦੇ ਵਿੱਚ ਇੱਕ ਸ਼ਬਦ ਸੁਣਿਆ ਹੋਵੇਗਾ ਤੁਸੀਂ, ਝੋਲਾ ਛਾਪ ਡਾਕਟਰ। ਤੁਹਾਨੂੰ ਲੱਗਦਾ ਵੀ ਕੁਝ ਝੋਲਾ ਛਾਪ ਜਿਹੜੇ ਏਜੰਟ ਵੀ ਅਜਿਹੇ ਹੈਗੇ ਨੇ ਜਿਨ੍ਹਾਂ ਦਾ ਮੁੱਖ ਮਕਸਦ ਸਿਰਫ ਪੈਸਾ ਕਮਾਉਣਾ ਹੈ? ਉਹ ਨਹੀਂ ਦੇਖਦੇ ਇੱਕ ਵਾਰੀ ਫਾਈਲ ਲਗਾਈ, ਉਸ ਤੋਂ ਬਾਅਦ ਉਸ ਕੇਸ ਦਾ ਕੀ ਬਣਿਆ ਕੀ ਨਹੀਂ ਬਣਿਆ, ਉਹ ਇਸ ਦੀ ਕੋਈ ਪਰਵਾਹ ਨਹੀਂ ਕਰਦੇ। ਲਾਇਸੈਂਸ ਕੰਸਲਟੈਂਟ ਦੇ ਤੁਹਾਨੂੰ ਕੋਈ ਜਿੰਨਾ ਮਾਹੌਲ ਚੱਲ ਰਿਹਾ ਇਹਨਾਂ ਵਿੱਚੋਂ ਦੀ ਅਗਰ ਕਿਸੇ ਬੰਦੇ ਨੇ ਲਾਇਸੈਂਸ ਕੰਸਲਟੈਂਟ ਯੂਜ਼ ਕੀਤਾ ਹੋਇਆ ਆ ਤੇ ਅਗਰ ਤੁਸੀਂ ਇਹ ਸਾਬਿਤ ਕਰ ਸਕਦੇ ਹੋ ਕਿ ਉਸ ਬੰਦੇ ਨੇ ਵਿਆਹ ਵਿਊ ਵਾਲਾ ਸਾਰਾ ਸਿਸਟਮ ਚਲਾਇਆ ਆ, ਉਹਦੀ ਇੱਕ ਚਿੱਠੀ, ਤੁਹਾਡੇ ਕੰਜ਼ਿਊਮਰ ਦੀ ਸਿਰਫ ਇੱਕ ਚਿੱਠੀ ICCRC ਨੂੰ ਤੇ ਉਹ ਬੰਦੇ ਦਾ ਲਾਇਸੈਂਸ ਗਿਆ। ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਮੈਰਿਜ ਕੇਸਿਸ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਰਿਹਾ, ਹੁਣ ਸਪਾਊਸਲ ਦੇ ਵਿੱਚ ਇਹ ਹੋ ਰਿਹਾ ਹੈ। ਔਰ ਇਸ ਦੇ ਵਿੱਚ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਬਹੁਤ ਜ਼ਿਆਦਾ ਮਾੜੀ ਲੱਗਣੀ ਆ, ਬਟ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨਾਮ ਆ ਉਹ ਪੰਜਾਬੀਆਂ ਦਾ ਆ, ਪੰਜਾਬ ਦਾ ਆ। ਪੰਜਾਬ ਦੇ ਲੋਕਾਂ ਦੇ ਉੱਤੇ ਇਹ ਗੱਲ ਆਉਂਦੀ ਹੈ ਕਿ ਮੈਕਸਿਮਮ ਕੇਸਿਸ ਮਿਸਰੈਪ੍ਰੈਜ਼ੈਂਟੇਸ਼ਨ ਦੇ, ਮੈਕਸਿਮਮ ਕੇਸਿਸ ਫਰਾਡ ਮੈਰਿਜਸ ਦੇ ਜੀ ਉਹ ਪੰਜਾਬ ਤੋਂ ਆਉਂਦੇ। ਮੈਂ ਦੇਖਿਆ ਕੁਝ ਬੰਦਿਆਂ ਨੇ ਫੀਮੇਲ ਦੇ ਹੱਕ 'ਚ ਬਿਆਨ ਦੇਣੇ ਸ਼ੁਰੂ ਕਰਦੇ। ਬਿਲਕੁਲ ਕਿ ਨਾਮ ਹੈ, ਇਹਨੂੰ ਬੰਦਿਆਂ ਦਾ ਇਸ਼ੂ ਬਣਾ ਲਿਆ। ਨਾ ਤਾਂ ਬੰਦਿਆਂ ਦਾ ਇਸ਼ੂ ਆ,
ਨਾ ਇਹ ਕੁੜੀਆਂ ਦਾ ਇਸ਼ੂ ਆ ਇਸ਼ੂ ਸਾਡੀ ਮੋਰੈਲਿਟੀ ਦਾ ਆ ਇਹਨੂੰ ਮੋਰਲ ਇਸ਼ੂਜ਼ ਦੇ ਮੋਰਲ ਗਰਾਊਂਡ ਦੇ ਉੱਤੇ ਰੱਖਣਾ ਚਾਹੀਦਾ ਹੈ ਜੈਂਡਰ ਦੇ ਉੱਤੇ ਨਹੀਂ ਚੋਰੀ ਕਦੀ ਨਹੀਂ ਲੁਕੀ ਰਹਿੰਦੀ ਉਹ 20 ਸਾਲ ਬਾਅਦ ਅਗਰ ਨਿਕਲ ਆਈ ਤੁਹਾਡੀ ਜ਼ਿੰਦਗੀ ਦੇ 20 ਸਾਲ ਨਿਕਲਣ ਤੋਂ ਬਾਅਦ ਚੋਂ ਅਗਰ ਤੁਹਾਨੂੰ ਇੱਥੋਂ ਦੀ ਵਾਪਸ ਭੇਜਿਆ ਜਾਂਦਾ ਆ ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਂਦੀ ਆ ਤੇ ਤੁਸੀਂ ਨਾ ਇੱਧਰ ਦੇ ਰਹੋਗੇ ਨਾ ਉੱਧਰ ਦੇ ਰਹੋਗੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਕੈਨੇਡਾ ਜਾ ਕੇ ਬਸਣਾ ਹਰ ਪੰਜਾਬੀ ਦਾ ਪਹਿਲਾ ਸ਼ੌਕ ਹੈ। ਇਸ ਦੇ ਬਾਬਤ ਚਾਹੇ ਉਸ ਨੂੰ ਉਹ ਸਟੂਡੈਂਟ ਤੌਰ ਤੇ ਜਾਂ ਫਿਰ ਉਹ ਕਿਸੇ ਵੀ ਤਰੀਕੇ ਦੇ ਨਾਲ ਇੱਕ ਵਾਰ ਕੈਨੇਡਾ ਜਾਣਾ ਚਾਹੁੰਦਾ ਹੈ। ਇਹ ਪਿਛਲੇ ਦਿਨੀ ਕੁਝ ਵਰਤਾਰਾ ਐਸਾ ਵਾਪਰਿਆ ਕਿ ਇੱਕ ਨੌਜਵਾਨ ਵੱਲੋਂ ਆਤਮ ਹੱਤਿਆ ਵੀ ਕੀਤੀ ਗਈ। ਉਸ ਕੇਸ ਨੇ ਪੂਰੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਬੇਸ਼ੱਕ ਇਹ ਮਸਲੇ ਪਹਿਲੇ ਵੀ ਹੁੰਦੇ ਰਹਿੰਦੇ ਆ ਪਰ ਅੱਜ ਦੇ ਇਹਨਾਂ ਸਾਰੇ ਵਰਤਾਰਿਆਂ ਵਿੱਚ ਇੱਕ ਸ਼ਬਦ ਬੇਹੱਦ ਸੁਣਨ ਨੂੰ ਮਿਲਿਆ, ਡੈਪੂਟੇਸ਼ਨ। ਅਸੀਂ ਇਸ ਨੂੰ ਭਾਵਨਾਤਮਕ ਤੌਰ ਤੇ ਨਾਲ ਹੀ ਕਾਨੂੰਨੀ ਪੱਖ ਦੇ ਤੌਰ ਤੇ ਜਾਣਨਾ ਵੀ ਇਹ ਭਾਵਨਾਤਮਕ ਤੌਰ ਤੇ ਕੇਸ ਨੂੰ ਦੇਖਿਆ ਜਾਵੇਗਾ ਜਾਂ ਫਿਰ ਇਸ ਦਾ ਕਾਨੂੰਨੀ ਜਿਹੜਾ ਪੱਖ ਕੀ ਹੈ। ਸਭ ਤੋਂ ਪਹਿਲੇ ਭਾਈ ਸੰਦੀਪ ਸਿੰਘ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਹਰਪਾਲ ਭਾਜੀ, ਤੁਸੀਂ ਸਰੋਤਿਆਂ ਦੇ ਰੂਬਰੂ ਕੀਤਾ। ਔਰ ਅੱਜ ਦਾ ਜਿਹੜਾ ਟੌਪਿਕ ਹੀ ਆ ਉਹ ਬਹੁਤ ਜ਼ਿਆਦਾ ਇਮੋਸ਼ਨਲ ਵੀ ਆ ਤੇ ਉਹਦੇ ਨਾਲ ਨਾਲ ਲੀਗਲ ਵੀ ਆ। ਅਫਕੋਰਸ ਜਿਸ ਪਰਿਵਾਰ ਦਾ ਜਵਾਕ ਗਿਆ ਆ ਉਹਦੇ ਦੁੱਖ ਦਾ ਅਸੀਂ ਸਾਰੇ ਮਿਲ ਕੇ ਉਹ ਦੁੱਖ ਨੂੰ ਸਮਝ ਵੀ ਨਹੀਂ ਸਕਾਂਗੇ ਜੋ ਉਹਨਾਂ ਤੇ ਵਰਤ ਰਿਹਾ ਇਸ ਟਾਈਮ। ਬਟ ਅਸੀਂ ਇਹ ਆਸ ਕਰਦੇ ਹਾਂ ਕਿ ਇਸ ਸ਼ੋਅ ਤੋਂ ਬਾਅਦ ਚੋਂ ਜਾਂ ਇਸ ਇਹਨਾਂ ਸਾਰੀਆਂ ਕਹਾਣੀਆਂ ਤੋਂ ਬਾਅਦ ਚੋਂ ਅਸੀਂ ਇੱਕ ਸਬਕ ਲਵਾਂਗੇ ਤੇ ਇਹੋ ਜਿਹੇ ਕੇਸਿਸ ਦੇ ਉੱਤੇ ਠੱਲ ਪਾਵਾਂਗੇ। ਜੀ, ਸਭ ਤੋਂ ਪਹਿਲੇ ਇਹ ਦੱਸੋ ਵੀ ਜਿਹੜਾ ਇੱਕ ਡੈਪੂਟੇਸ਼ਨ ਸ਼ਬਦ ਬਹੁਤ ਜ਼ਿਆਦਾ ਸੁਣਨ ਨੂੰ ਮਿਲਿਆ, ਖਾਸ ਕਰਕੇ ਜੇ ਅਸੀਂ ਲਵਪ੍ਰੀਤ ਸਿੰਘ ਦਾ ਕੇਸ ਦੇਖਦੇ ਹਾਂ, ਇਸ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਦਾ ਹੈ, ਸਰਦਾਰ ਲਵਪ੍ਰੀਤ ਸਿੰਘ ਦੇ ਪਰਿਵਾਰ ਦੇ ਨਾਲ ਜਾ ਕੇ ਮਿਲਦਾ ਹੈ, ਉੱਥੇ ਜਾ ਕੇ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਹੈ ਤੇ ਇਹ ਕਹਿੰਦਾ ਹੈ ਵੀ ਅਸੀਂ ਉਸ ਲੜਕੀ ਨੂੰ ਬਹੁਤ ਜਲਦੀ ਰਿਪੋਰਟ ਕਰਵਾਵਾਂਗੇ। ਇਕੱਲੀ ਉਹ ਨਹੀਂ ਹੈ, ਹੋਰ ਵੀ ਬਹੁਤ ਕੇਸ ਜਿਹੜੇ ਹਜ਼ਾਰਾਂ ਕੇਸ ਆ ਰਹੇ ਨੇ। ਇਹਦੇ ਵਿੱਚ ਭਾਵਨਾਤਮਕ ਤੌਰ ਤੇ ਕਾਨੂੰਨੀ ਪੱਖ ਕੀ ਹੈ? ਸੋ ਇਮੋਸ਼ਨਲੀ ਬਿਲਕੁਲ क्या नाम है, हरेक बंदा जो है कहानी सुनेगा, हरेक बंदा ये कहेगा कि जो उस बंदे नाल धोखा होया ते ਜਿਹੜਾ ਕਲਪਰੇਟ ਆ ਉਹਨੂੰ ਡਿਪੋਰਟ ਕਰਵਾਇਆ ਜਾਣਾ ਚਾਹੀਦਾ ਆ। ਕੁਝ ਮੀਡੀਆ ਅਧਾਰਾਂ ਨੇ ਇੱਥੇ ਵੀ ਕਿਹਾ ਕਿ 5 ਦਿਨਾਂ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਜਾਂ 4 ਦਿਨਾਂ ਡੈਪੋਟੇਸ਼ਨ ਕੋਈ ਖੇਡ ਨਹੀਂ ਆ। ਡੈਪੋਟੇਸ਼ਨ ਬਹੁਤ ਸੀਰੀਅਸ ਪ੍ਰੋਸੈਸ ਆ। ਇਸ ਸੀਰੀਅਸ ਪ੍ਰੋਸੈਸ ਦੇ ਵਿੱਚ ਹੁੰਦਾ ਕੀ ਆ ਕਿ ਪਹਿਲਾਂ ਹਿੰਦੁਸਤਾਨ, ਕਿਉਂਕਿ FIR ਹਿੰਦੁਸਤਾਨ ਦੀ ਸਰਕਾਰ ਨੇ ਦਰਜ ਕਰਨੀ ਹੈ, ਸੋ ਹਿੰਦੁਸਤਾਨ ਦੀ ਸਰਕਾਰ ਕੈਨੇਡਾ ਦੀ ਸਰਕਾਰ ਨੂੰ ਰੀਚ ਆਊਟ ਕਰਦੀ ਆ। ਕੈਨੇਡਾ ਦੀ ਸਰਕਾਰ ਦਾ ਜਿਹੜਾ ਡਿਪਾਰਟਮੈਂਟ CBS ਹੈ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਜਿਹੜੀ ਆ, ਉਹ ਇਸ ਦੇ ਉੱਤੇ ਐਕਟ ਕਰਦੀ ਹੈਗੀ ਆ। ਕੇਸ ਟ੍ਰਿਬਿਊਨਲ ਜਾਂਦਾ ਆ। ਟ੍ਰਿਬਿਊਨਲ ਤੋਂ ਬਾਅਦ ਚੋਂ, ਕਿਉਂਕਿ ਕੈਨੇਡਾ ਦਾ ਲਾਅ ਇਹ ਗੱਲ ਕਹਿੰਦਾ ਹੈ ਕਿ 1000 ਗੁਨੇਗਾਰ ਮਾਫ ਹੋ ਜਾਣ ਪਰ ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਸੋ ਹਰੇਕ ਇਨਸਾਨ ਨੂੰ ਜਦ ਤੱਕ ਸਜ਼ਾ ਨਹੀਂ ਹੋ ਜਾਂਦੀ ਤਦ ਤੱਕ ਉਹਨੂੰ ਬੇਗੁਨਾਹ ਹੀ ਸਮਝਿਆ ਜਾਂਦਾ ਆ। ਸੋ ਉਹ ਆਪਣਾ ਪੱਖ ਰੱਖਦਾ। ਸੋ ਜਿਸ ਇਨਸਾਨ ਨੂੰ ਬੇਗੁਨਾਹ ਸਮਝਿਆ ਜਾ ਰਿਹਾ ਉਹ ਆਪਣਾ ਪੱਖ ਰੱਖੇਗਾ ਕਿ ਹਾਂ ਮੈਂ ਟ੍ਰਿਬਿਊਨਲ ਜਾ ਕੇ, ਮੰਨ ਲਓ ਮੈਂ ਤਾਂ ਇਸ ਪੱਖ ਨਾਲ ਵੀ ਚੱਲ ਰਿਹਾ ਕਿ ਮੰਨ ਲਓ ਕਿ ਟ੍ਰਿਬਿਊਨਲ 'ਚ ਉਹ ਇਨਸਾਨ ਕੇਸ ਹਾਰ ਜਾਂਦਾ, ਉਸ ਤੋਂ ਬਾਅਦ ਉਹਦੇ ਕੋਲੇ ਅਪੀਲ ਦਾ ਅਧਿਕਾਰ ਹੈ, ਟ੍ਰਿਬਿਊਨਲ ਅਪੀਲ ਦਾ। ਫਿਰ ਟ੍ਰਿਬਿਊਨਲ ਅਪੀਲ ਤੋਂ ਬਾਅਦ ਉਹਦੇ ਕੋਲ ਫੈਡਰਲ ਕੋਰਟ ਜਾਣ ਦਾ ਅਧਿਕਾਰ, ਫੈਡਰਲ ਕੋਰਟ ਤੋਂ ਬਾਅਦ ਫੈਡਰਲ ਕੋਰਟ ਅਪੀਲ ਜਾਣ ਦਾ ਅਧਿਕਾਰ। ਸੋ ਇਸ ਪੂਰੇ ਪ੍ਰੋਸੈਸ ਨੂੰ ਅਗਰ ਤੁਸੀਂ ਦੇਖੋਗੇ ਦਿਨਾਂ ਦਾ ਨਹੀਂ, ਮਹੀਨਿਆਂ ਜਾਂ ਸਾਲਾਂ ਬੱਧੀ ਪ੍ਰੋਸੈਸ ਆ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜਾ ਬੰਦਾ ਕੈਨੇਡਾ 'ਚ ਆ ਗਿਆ ਤੇ ਉਹਨੇ ਕੋਈ ਕ੍ਰਾਈਮ ਕੀਤਾ ਹੋਇਆ, ਉਹਦੇ ਉੱਤੇ ਕੋਈ FIR ਦਰਜ ਹੋ ਗਈ ਹੈ ਇੰਡੀਆ ਦੇ ਵਿੱਚ, ਤੇ ਉਹਨੂੰ ਇਸ ਬੜੇ ਆਰਾਮ ਨਾਲ PR ਮਿਲ ਜੂਗੀ। ਕਿਸੇ ਵੀ ਇਨਸਾਨ ਨੂੰ ਉਨੀ ਦੇਰ ਤੱਕ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲ ਸਕਦੀ ਜਦ ਤੱਕ ਉਹਨੂੰ ਹਿੰਦੁਸਤਾਨ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਾ ਮਿਲ ਜੇ। ਔਰ ਅਗਰ ਤੁਹਾਡੇ ਅਗੇਂਸਟ ਕੋਈ ਕੇਸ ਚੱਲਦਾ ਪਿਆ ਆ ਤੁਹਾਨੂੰ ਪੁਲਿਸ ਕਲੀਅਰੈਂਸ ਨਹੀਂ ਮਿਲ ਸਕਦੀ। ਤੇ ਇਹ ਕੇਸ ਨੂੰ ਪ੍ਰੋਸੀਡ, ਜਿਵੇਂ ਤੁਸੀਂ ਹਿੰਦੁਸਤਾਨ ਸਰਕਾਰ ਦੀ ਗੱਲ ਕੀਤੀ ਹੈ, ਇਹ ਪੰਜਾਬ ਸਰਕਾਰ ਪ੍ਰੋਸੀਡ ਕਰ ਸਕਦੀ ਹੈ ਜਾਂ ਫਿਰ ਭਾਰਤ ਸਰਕਾਰ ਪ੍ਰੋਸੀਡ ਕਰ ਸਕਦੀ ਹੈ? ਸੋ ਪੰਜਾਬ ਇਜ਼ ਜਸਟ ਅ ਸਟੇਟ। ਪੰਜਾਬ ਦੀ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਫੋਰਨ ਅਫੇਅਰਸ ਦੇ ਵਿੱਚ ਡੀਲ ਕਰ ਸਕੇ। ਸੋ ਜਿਵੇਂ ਕੱਲ ਮਹਿਲਾ ਕਮਿਸ਼ਨ ਦੇ ਇੱਕ
ਸੀ, ਉਹਨਾਂ ਨੇ ਵੀ ਇੱਕ ਗੱਲ ਕਲੀਅਰ ਕੀਤੀ ਕਿ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਅਪਰੋਚ ਕਰਨਗੇ, ਕਿਉਂਕਿ ਅਪਰੋਚ ਦਾ ਸਾਧਨ ਜਿਹੜਾ ਆ ਉਹ ਕੰਟਰੀ ਬਾਈ ਕੰਟਰੀ ਹੋ ਸਕਦਾ, ਸਟੇਟ ਬਾਈ ਕੰਟਰੀ ਨਹੀਂ ਹੋ ਸਕਦਾ। ਤੇ ਕੁਝ ਲੋਕ ਸਾਡੇ ਤੇ ਇਸ ਇੰਟਰਵਿਊ ਤੋਂ ਬਾਅਦ ਇਹ ਸਵਾਲ ਕਰ ਸਕਦੇ ਆ ਜੀ ਵੀ ਤੁਸੀਂ ਤਾਂ ਇਸ ਦੇ ਨਾਲ ਉਹ ਲੜਕੀ ਦੇ ਤੇ ਹੋਰ ਬੱਚਿਆਂ ਦੇ ਹੌਸਲੇ ਬੁਲੰਦ ਕੀਤੇ ਆ ਵੀ ਬਿਲਕੁਲ ਨਹੀਂ ਕੀਤੇ। ਮੈਂ ਇੱਥੇ ਇੱਕ ਗੱਲ, ਮੈਂ ਇੱਕ ਲੀਗਲ ਪਰਸਪੈਕਟਿਵ ਦੱਸ ਰਿਹਾ ਹਾਂ, ਔਰ ਜਿੱਥੇ ਤੱਕ ਉਹ ਲੜਕੀਆਂ ਦਾ ਮਸਲਾ ਆ, ਮੁੱਦਾ ਕੀ ਆ, ਮਤਲਬ ਇਹ ਨਾ ਕਿ ਜਿਹੜਾ ਬੱਚਾ ਕੈਨੇਡਾ ਚ ਆ ਰਿਹਾ ਉਹਨੇ ਲੈਣੀ ਦਾ PR ਹੈ ਨਾ ਜੀ, ਤਾਂ ਉਹਨਾਂ ਬੱਚਿਆਂ ਨੂੰ ਮੈਂ ਇਹ ਗੱਲ ਕਲੀਅਰ ਕਰ ਰਿਹਾ ਕਿ ਰਸਤਾ ਅਗਰ ਲਾਈਕ ਤੁਸੀਂ ਇਹ ਰਸਤਾ ਚੂਜ਼ ਕਰਦੇ ਪਏ ਹੋ ਤਾਂ ਰਸਤਾ ਤੁਹਾਡੇ ਲਈ ਵੀ ਸੁਖਾਲਾ ਨਹੀਂ, ਰਸਤਾ ਤੁਹਾਨੂੰ ਵੀ PR ਨਹੀਂ ਮਿਲਣੀ ਜਦ ਤੱਕ ਤੁਹਾਡਾ ਉੱਥੇ ਕੇਸ ਨਹੀਂ ਮੁੱਕਦਾ। ਉੱਥੇ ਕੇਸ ਮੁੱਕਣ ਦਾ ਗੱਲ ਹੈ ਕਿ ਐਟ ਦ ਐਂਡ ਫੈਸਲਾ ਲਾਅ ਨੇ ਕਰਨਾ। ਜੀ, ਅਗਰ ਹਿੰਦੁਸਤਾਨ ਦੀ ਅਦਾਲਤ ਇਸ ਬੰਦੇ ਨੂੰ ਕਲਪਿਟ ਠਹਿਰਾਉਂਦੀ ਆ, ਅਗਰ ਹਿੰਦੁਸਤਾਨ ਦੀ ਸਰਕਾਰ ਕੋਰਟ ਇਹ ਗੱਲ ਕਵੇ ਕਿ 100 ਐਂਡ 100 ਬੰਦੇ ਦੇ ਉੱਤੇ ਇਹ ਧਾਰਾ ਦਰਜ ਤੇ ਇਸ ਬੰਦੇ ਨੇ ਫਰਾਡ ਕੀਤਾ, ਲਾਈਕ ਇਹ ਬੰਦਾ ਮਰਡਰ ਦਾ ਦੋਸ਼ੀ ਆ ਜਾਂ ਸੁਸਾਈਡ ਦਾ ਦੋਸ਼ੀ ਆ, ਤੇ ਉਸ ਬੰਦੇ ਨੂੰ ਸਜ਼ਾ ਅਨਾਉਂਸ ਕਰੇਗੀ ਕੋਰਟ। ਅਗਰ ਉਸ ਦੇ ਉੱਤੇ ਸਜ਼ਾ ਅਨਾਉਂਸ ਹੋਈ ਹੈ ਤਾਂ ਬੰਦੇ ਨੂੰ ਵੈਸੇ ਹੀ ਨਹੀਂ PR ਮਿਲ ਸਕਦੀ ਨਾ ਕੈਨੇਡਾ ਵਿੱਚ। ਸੋ ਮੈਂ ਇਹ ਗੱਲ ਕਲੀਅਰ ਕਰ ਰਿਹਾ ਕਿ ਉਸ ਬੰਦੇ ਨੂੰ PR ਦਾ ਪ੍ਰੋਸੈਸ ਔਖਾ ਹੋਏਗਾ। ਦੂਸਰੀ ਗੱਲ, ਜਿੱਥੇ ਤੱਕ ਡੈਪੋਟੇਸ਼ਨਸ ਦੀ ਵੀ ਗੱਲ ਹੈਗੀ ਹੈ, ਡੈਪੋਟੇਸ਼ਨਸ ਦਾ ਪ੍ਰੋਸੈਸ ਸਿਰਫ ਤੇ ਸਿਰਫ ਮੈਂ ਇਸ ਲਈ ਕਲੀਅਰ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਪਿਛਲੇ 2-4 ਦਿਨਾਂ ਦੇ ਵਿੱਚ ਜਿੰਨਾ ਜ਼ਿਆਦਾ ਮੀਡੀਆ ਅਟੈਂਸ਼ਨ ਮਿਲੀ ਇਸ ਟੌਪਿਕ ਨੂੰ, ਹੁਣ ਮਿਲਣੀ ਜ਼ਰੂਰੀ ਸੀ ਜੀ, ਉਸਦੇ ਨਾਲ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੀ ਜਵਾਨੀ ਦਾ ਨੁਕਸਾਨ ਹੋਇਆ ਆ। ਉਹ ਸਾਰਿਆਂ ਦੀ ਇੱਕ ਇਹ ਆ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਵਲਵਲਾ ਉੱਠ ਚੁੱਕਾ ਹੈ ਕਿ ਅਸੀਂ ਇਸ ਬੰਦੇ ਨੂੰ ਡਿਪੋਰਟ ਕਰਾਉਣਾ। ਬਿਲਕੁਲ। ਇਸ ਸੈਕਿੰਡ ਉਹ ਡੈਪੋਟੇਸ਼ਨ 15 ਦਿਨਾਂ 20 ਦਿਨਾਂ ਦੇ ਵਿੱਚ ਨਹੀਂ ਹੋਊਗੀ ਨਾ ਜੀ, ਉਸ ਵੇਲੇ ਉਹਨਾਂ ਦਾ ਇਮੋਸ਼ਨਲ ਲੈਵਲ ਤੇ ਉਹਨਾਂ ਨੂੰ ਇੰਨੀ ਜ਼ਿਆਦਾ ਡਿਸਕਰੇਜਮੈਂਟ ਮਿਲੇਗੀ ਕਿ ਉਸ ਡਿਸਕਰੇਜਮੈਂਟ ਨੂੰ ਅੱਜ ਦੱਸਣਾ ਕਿ ਹਾਂ ਬਈ ਇਹ ਪ੍ਰੋਸੈਸ ਬਿਲਕੁਲ ਸਹੀ ਆ, ਡੈਪੋਟੇਸ਼ਨ ਦੇ ਪ੍ਰੋਸੈਸ 'ਚ ਪੈਣਾ ਚਾਹੀਦਾ ਅਗਰ ਕਿਸੇ ਬੰਦੇ ਨੇ ਕ੍ਰਾਈਮ ਕੀਤਾ, ਪਰ ਇਹ ਲੰਬਾ ਪ੍ਰੋਸੈਸ ਆ। ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਚੱਲੋ ਕਿ ਇਹ ਲੰਬੀ ਲੜਾਈ ਲੜਨ ਚੱਲੇ ਹੋ, ਨਾ ਕਿ ਇਹ ਪ੍ਰਿਪੇਅਰ ਕਰਕੇ ਚੱਲੋ ਕਿ ਹਾਂ 5 ਦਿਨਾਂ ਦੇ ਵਿੱਚ ਕੰਮ ਖਤਮ ਆ। ਜਦੋਂ 5 ਦਿਨਾਂ 'ਚ ਨਾ ਕੰਮ ਖਤਮ ਹੋਇਆ, ਉਹਨਾਂ ਨਾਲ ਤਾਂ ਦੁਬਾਰਾ ਤੋਂ ਇੱਕ ਨਵਾਂ ਧੋਖਾ ਹੋ ਜਾਊਗਾ, ਉਹਨਾਂ ਦਾ ਲਾਅ ਦੇ ਉੱਤੋਂ ਵੀ ਵਿਸ਼ਵਾਸ ਉੱਠ ਜਾਊਗਾ। ਕਾਨੂੰਨੀ ਪੱਖ ਇਹ ਕਹਿੰਦਾ। ਅੱਛਾ, ਜਿਵੇਂ ਤੁਸੀਂ ਇਹ ਜਿਹੜਾ ਵਰਤਾਰਾ ਵਰਤ ਰਿਹਾ ਅੱਜ ਕੱਲ ਵੀ ਲੜਕੀਆਂ, ਹਜ਼ਾਰਾਂ ਕੇਸ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਆ ਵੀ ਲੜਕੀਆਂ ਵੱਲੋਂ ਲੜਕਿਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ, ਹਜ਼ਾਰਾਂ ਕੇਸ। ਤੁਸੀਂ ਇਸ ਦੇ ਲਈ ਦੋਸ਼ੀ ਕਿਹਨੂੰ ਮੰਨਦੇ ਹੋ? ਕੀ ਤੁਸੀਂ ਮੰਨਦੇ ਵੀ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਦੇ ਸਲਾਹਕਾਰ ਭਾਈਚਾਰਾ ਹੈਗਾ ਉਹਨਾਂ ਵੱਲੋਂ ਵੀ ਗਲਤ ਜਾਣਕਾਰੀ, ਸਹੀ ਸਮੇਂ ਤੇ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ? ਸੋ ਜਿੱਥੇ ਤਾਈਓ ਮੈਂ ਹਰੇਕ ਵੀਡੀਓ ਦੇ ਵਿੱਚ, ਹਰੇਕ ਇੰਟਰਵਿਊ ਦੇ ਵਿੱਚ ਇੱਕ ਗੱਲ ਠੋਕ ਕੇ ਕਹਿੰਦਾ ਆ ਕਿ ਪਲੀਜ਼ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰੋ, ਗੋਸਟ ਕੰਸਲਟੈਂਟਸ ਨਾਲ ਕੰਮ ਨਾ ਕਰੋ। ਕਾਰਨ ਮੇਰੇ ਕੋਲ ਕੋਈ ਬੰਦਾ ਆਵੇ ਤੇ ਮੇਰੇ ਸਾਹਮਣੇ 4 ਪ੍ਰੋਫਾਈਲਾਂ ਰੱਖੇ, ਪਹਿਲੀ ਗੱਲ ਤਾਂ ਕਿਸੇ ਬੰਦੇ ਦੀ ਇੰਨੀ ਹਿੰਮਤ ਨਹੀਂ ਪੈ ਸਕਦੀ ਕਿ ਉਹ ਕਿਸੇ ਬੰਦੇ ਕੋਲੇ ਆ ਕੇ ਏਦਾਂ ਕਹਦੇ ਕਿ ਇਹ 4 ਬੱਚੀਆਂ ਵਿੱਚੋਂ ਦੀ ਇੱਕ ਬੱਚੀ ਚੂਜ਼ ਕਰੋ ਸਾਡੇ ਬੱਚੇ ਵਾਸਤੇ, ਕਿਉਂਕਿ ਇਹਦਾ ਹੋ ਰਿਹਾ। ਦੈਟ ਮੀਨਸ ਕਿ ਅਗਰ ਤੁਸੀਂ ਕਿਸੇ ਐਸੇ ਬੰਦੇ ਕੋਲੇ ਗਏ ਹੈਗੇ ਹੋ ਤੇ ਉਹਦਾ ਮੋਰਲ ਸਟੈਂਡਰਡ ਕੋਈ ਨਹੀਂ ਹੈਗਾ, ਉਹਦਾ ਆਪਣਾ ਉਸ ਇਨਸਾਨ ਦਾ ਆਪਣਾ ਮੋਰਲੀ ਡਿੱਗਿਆ ਹੋਇਆ ਇਨਸਾਨ ਆ। ਅਗਰ ਉਹ ਤੁਹਾਡੇ ਰੈਜ਼ੂਮੇ ਦੇਖ ਕੇ ਤੁਹਾਨੂੰ ਕੋਈ ਪੁੱਠਾ ਜਵਾਬ ਨਹੀਂ ਦੇ ਰਿਹਾ ਹੈਗਾ ਤੇ ਉਹਦਾ ਆਪਣਾ ਦੀਨ ਈਮਾਨ ਨਹੀਂ ਹੈਗਾ। ਇਹ ਇੱਕ ਪਹਿਲੀ ਨਿਸ਼ਾਨੀ ਹੈ ਉਸ ਬੰਦੇ ਦੀ। ਦੂਸਰੀ ਗੱਲ, ਜਿਹੜਾ ਲਾਇਸੈਂਸ ਕੰਸਲਟੈਂਟ ਹੋਊਗਾ ਉਹ ਕਦੀ ਵੀ ਨਹੀਂ ਇਹ ਗੱਲ ਕਹੂਗਾ ਕਿ ਤੁਸੀਂ ਮੈਰਿਜ ਆਫ ਕਨਵੀਨੀਅੰਸ ਦੇ ਭਾਵ ਕੀ ਆ? ਮੈਰਿਜ ਆਫ ਕਨਵੀਨੀਅੰਸ ਇਜ਼ ਡਾਇਰੈਕਟਲੀ ਮਿਸਰੈਪ੍ਰੈਜ਼ੈਂਟੇਸ਼ਨ। ਮੈਰਿਜ ਆਫ ਕਨਵੀਨੀਅੰਸ ਦੇ ਵਿੱਚ ਤੁਸੀਂ ਇਹ ਗੱਲ ਸਾਬਿਤ ਕਰ ਦੋ ਕਿ ਇਹ ਜਿਹੜੀ ਮੈਰਿਜ ਸੀ ਉਹ ਕਨਵੀਨੀਅੰਸ ਦੇ ਆਧਾਰ ਤੇ ਸੀਗੀ, ਇਹ ਮਿਸਰੈਪ੍ਰੈਜ਼ੈਂਟੇਸ਼ਨ ਆ। ਮਿਸਰੈਪ੍ਰੈਜ਼ੈਂਟੇਸ਼ਨ ਦੇ ਵਿੱਚ ਕੱਲੇ ਲਾਈਕ ਆਪਾਂ ਤਾਂ ਡੈਪੂਟੇਸ਼ਨ ਦੀ ਗੱਲ ਕਰਦੇ ਪਏ ਆ, ਮਿਸਰੈਪ੍ਰੈਜ਼ੈਂਟੇਸ਼ਨ ਅਗਰ 20 ਸਾਲ ਬਾਅਦ ਵੀ ਸਾਬਿਤ ਹੋ ਜਾਵੇ ਕਿ ਇਸ ਬੰਦੇ ਨੇ ਮਿਸਰੈਪ੍ਰੈਜ਼ੈਂਟੇਸ਼ਨ ਕਰਕੇ ਸਿਟੀਜ਼ਨ ਲਿੱਤੀ ਆ ਤੇ ਉਹਦੀ ਸਿਟੀਜ਼ਨ ਤੱਕ ਰਿਵੋਕ ਕੀਤੀ ਜਾ ਸਕਦੀ ਹੈ ਐਜ਼ ਪਰ ਲਾਅ। ਸੋ ਇਹ ਬਹੁਤ ਸੀਰੀਅਸ ਮੁੱਦਾ ਆ। ਇਹ ਮੁੱਦੇ ਨੂੰ ਤੁਸੀਂ ਅੱਜ ਦੇ ਨਾਲ ਘੋਖੋ। ਇਹਦਾ ਐਕਚੁਅਲ ਦੇ ਵਿੱਚ ਜਿਹੜਾ ਬੇਸ ਆ ਉਹ ਤੁਸੀਂ ਇਹ ਦੇਖੋ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਕੈਨੇਡੀਅਨ PR, ਕੈਨੇਡੀਅਨ ਸਿਟੀਜ਼ਨਸ ਇੰਡੀਆ 'ਚ ਜਾਂਦੇ ਸੀ, ਭਾਵੇਂ ਉਹ ਮੁੰਡੇ ਹੋਣ ਭਾਵੇਂ ਉਹ ਕੁੜੀਆਂ ਹੋਣ। ਦੋਨੋਂ ਸਟੋਰੀਜ਼ ਆਪਾਂ ਸੁਣੀਆਂ। ਆਲਰੇਡੀ ਵਿਆਹ ਹੋਏ ਹੁੰਦੇ ਸੀ, ਉੱਥੇ ਜਾ ਕੇ ਧੋਖੇ ਕਰਦੇ ਸੀ, ਜਾਂ ਉੱਥੇ ਦੀ ਪੈਸੇ ਲੈ ਲੈਂਦੇ ਸੀ ਤੇ ਪਤਾ ਚੱਲਦਾ ਸੀ ਬੰਦੇ ਦਾ ਆਲਰੇਡੀ ਵਿਆਹ ਹੋਇਆ ਸੀ ਤੇ ਉਹ
ਵਾਈਫ ਨੂੰ ਨਹੀਂ ਸੱਦਦਾ ਸੀ। ਹੁਣ ਇਹ ਸਟੂਡੈਂਟਸ ਦੀ ਲਾਈਫ ਦੇ ਵਿੱਚ ਸਟਾਰਟ ਹੋ ਗਿਆ ਕਿ ਸਟੂਡੈਂਟਸ ਦਾ ਸਪਾਊਸਲ ਓਪਨ ਵਰਕ ਪਰਮਿਟ ਦੀ ਆੜ ਦੇ ਥੱਲੇ ਇਹ ਇੱਕ ਨਵਾਂ ਸੌਦੇਬਾਜ਼ੀ ਸ਼ੁਰੂ ਹੋ ਗਈ ਹੈ। ਅਨਫੋਰਚੂਨੇਟਲੀ ਤੁਸੀਂ ਵੀ ਪੰਜਾਬ ਨੂੰ ਬਿਲੋਂਗ ਕਰਦਾ, ਮੈਂ ਵੀ ਪੰਜਾਬ ਨੂੰ ਬਿਲੋਂਗ ਕਰਦਾ, ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਦੇ ਨਾਲ ਇਹ ਕਹਾਣੀਆਂ ਮੇਲ ਨਹੀਂ ਖਾਂਦੀ ਜੀ। ਬਹੁਤ ਅਨਫੋਰਚੂਨੇਟ ਸਟੋਰੀ ਹੈ ਜਦੋਂ ਅਸੀਂ ਅਖਬਾਰਾਂ ਦੀਆਂ ਇਸ਼ਤਿਹਾਰ ਇਸ ਤਰੀਕੇ ਨਾਲ ਦੇ ਰਹੇ ਹਾਂ ਕਿ ਸਾਨੂੰ 6 ਬੈਂਡ ਵਾਲੀਆਂ ਕੁੜੀਆਂ ਜਾਂ ਮੁੰਡੇ ਚਾਹੀਦੇ ਆ। ਇਹ ਕੀ ਕ੍ਰੈਡੀਬਿਲਿਟੀ ਹੈ ਸਾਡੀ? ਕਸੂਰਵਾਰ ਤੁਸੀਂ ਪੁੱਛਿਆ ਕੌਣ? ਏਜੰਟ ਕਸੂਰਵਾਰ ਬਿਲਕੁਲ ਹੋਏਗਾ, ਪਰ ਉਸ ਤੋਂ ਵੀ ਵੱਡੇ ਕਸੂਰਵਾਰ ਦੋਨੋਂ ਪਾਰਟੀਆਂ, ਮੁੰਡੇ ਵਾਲੀ ਪਾਰਟੀ ਵੀ ਤੇ ਕੁੜੀ ਵਾਲੀ ਪਾਰਟੀ ਵੀ, ਜਿਨ੍ਹਾਂ ਨੇ ਇਹ ਸੌਦਾ ਕਰਨ ਨੂੰ ਰਾਜੀ ਹੋਏ। ਵਿਆਹ ਕੋਈ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉੱਥੇ ਲਾਵਾਂ ਲੈ ਰਹੇ ਹਾਂ ਤੇ ਅਸੀਂ ਇਸ ਚੀਜ਼ ਨੂੰ ਮਖੌਲ ਬਣਾ ਰਹੇ ਹਾਂ। ਇਸ ਦੁਨਿਆਵੀ ਤੌਰ ਦੇ ਉੱਤੇ ਅਸੀਂ ਇਸ ਚੀਜ਼ ਦਾ ਜਿੰਨਾ ਮਰਜ਼ੀ ਮਜ਼ਾਕ ਉਡਵਾਈ ਚੱਲੀਏ, ਐਕਚੁਅਲ ਦੇ ਵਿੱਚ ਜਦੋਂ ਅਸੀਂ ਰੱਬ ਦੇ ਨਾਲ ਮਜ਼ਾਕ ਕਰਾਂਗੇ ਤੇ ਉਹਦੇ ਜਿਹੜੇ ਰਿਜ਼ਲਟਸ ਨੇ ਉਹ ਚੰਗੇ ਨਹੀਂ ਨਿਕਲਣੇ ਹੈਗੇ। ਦੁਨਿਆਵੀ ਤੌਰ ਦੇ ਉੱਤੇ ਜਿੱਥੇ ਤੱਕ ਤਾਂ ਹੈਗਾ ਲਾਅ ਦੇ ਆਧਾਰ ਦੇ ਉੱਤੇ, ਲਾਅ ਕਦੀ ਵੀ ਮੈਰਿਜ ਆਫ ਕਨਵੀਨੀਅੰਸ ਨੂੰ ਮਾਨਤਾ ਨਹੀਂ ਦਿੰਦਾ ਹੈਗਾ, ਭਾਵੇਂ ਉਹ ਇੰਡੀਅਨ ਲਾਅ ਹੋਵੇ ਤੇ ਭਾਵੇਂ ਉਹ ਕੈਨੇਡੀਅਨ ਲਾਅ ਹੋਵੇ। ਇੰਡੀਅਨ ਲਾਅ ਇੱਕ ਕੰਟਰੈਕਟ ਲਾਅ ਨਾਂ ਦੀ ਚੀਜ਼ ਹੁੰਦੀ ਹੈਗੀ ਜਿਹਨੂੰ ਆਪਾਂ ਬਿਜ਼ਨੈਸਿਸ ਦੇ ਵਿੱਚ ਯੂਜ਼ ਕਰਦੇ ਹਾਂ। ਉਸ ਦੇ ਵਿੱਚ ਕੰਟਰੈਕਟ ਲਾਅ ਦੇ ਵਿੱਚ ਮੈਰਿਜ ਦੀ ਲਾਅ ਨੂੰ ਕੰਟਰੈਕਟ ਲਾਅ ਦੇ ਵਿੱਚ ਨਹੀਂ ਪਾਇਆ ਹੋਇਆ। ਕੈਨੇਡਾ ਦੇ ਵਿੱਚ ਵੀ ਮੈਰਿਜ ਆਫ ਕਨਵੀਨੀਅੰਸ ਦਾ ਕੋਈ ਆਧਾਰ ਨਹੀਂ ਹੈਗਾ। ਹੋਰ ਇਹ ਤਾਂ ਕੁਝ ਐਸੀਆਂ ਸਟੋਰੀਜ਼ ਨੇ ਜਿੱਥੇ ਇਹੋ ਜਿਹੀ ਗੱਲ ਹੈ। ਇੱਕ ਸਟੋਰੀ ਕੱਲ ਹੋਰ ਮੈਂ ਦੇਖੀ ਜਿਸ ਦੇ ਵਿੱਚ ਇੱਕ ਬੱਚੀ ਹੈਗੀ ਆ, ਸੋ ਦੈਟ ਮੀਨਸ ਉਹ ਤਾਂ ਮੈਰਿਜ ਆਫ ਕਨਵੀਨੀਅੰਸ ਸੀਗੀ ਵੀ ਨਹੀਂ। ਈਵਨ ਲਵਪ੍ਰੀਤ ਹੋਣਾ ਦਾ ਜਿਹੜਾ ਮਸਲਾ ਆ ਉਹ ਮੈਰਿਜ ਆਫ ਕਨਵੀਨੀਅੰਸ ਨਜ਼ਰ ਨਹੀਂ ਆ ਰਹੀ ਹੈ। ਉਹ ਤਾਂ ਰੀਅਲ ਆ ਰਹੀ, ਉਹ ਇਦਾਂ ਲੱਗ ਰਿਹਾ ਕਿ ਉਹ ਰੀਅਲ ਮੈਰਿਜ ਹੈ। ਜੀ ਬਿਲਕੁਲ ਗੁਰੂ। ਉਹਨਾਂ ਕੇਸਿਸ ਦੇ ਵਿੱਚ ਵੀ ਜਦੋਂ ਇਹੋ ਜਿਹੀਆਂ ਸਟੋਰੀਜ਼ ਆਣ, ਜਿਸ ਮਾਂ ਦਾ ਇੱਕ ਬੱਚੀ ਪੰਜਾਬ ਬੈਠੀ ਆ ਤੇ ਉਹ ਉਸ ਬੱਚੀ ਤੇ ਹਸਬੈਂਡ ਨੂੰ ਛੱਡਣ ਨੂੰ ਤਿਆਰ ਹੋ ਗਈ ਆ, ਇਸ ਦੇ ਉੱਤੇ ਲਾਅ ਦਾ ਜਿਹੜਾ ਐਕਸ਼ਨਸ ਹੋਣਗੇ, ਬਟ ਆਪਾਂ ਦੀ ਐਜੂਕੇਸ਼ਨ ਸਿਸਟਮ ਤੇ ਆਪਣਾ ਕਲਚਰਲ ਦੇ ਉੱਤੇ ਵੱਡੀ ਸੱਟ ਵੱਜ ਰਹੀ ਹੈਗੀ ਹੈ। ਇਹਦੀ ਜ਼ਿਆਦਾ ਪਹਿਚਾਣ ਕਰਨ ਦੀ ਲੋੜ ਹੈਗੀ ਆ। ਸੋਸ਼ਲੀ ਸਾਡੀਆਂ ਜਨਰੇਸ਼ਨਸ ਤੱਕ ਤਬਾਹ ਕਰ ਦੂਗੀ ਅਗਰ ਇਸ ਤਰੀਕੇ ਦੇ ਨਾਲ ਇਹ ਕੰਮ ਚੱਲਣਾ ਸ਼ੁਰੂ ਹੋ ਗਿਆ। ਜਿਹੜੇ ਇਮੀਗ੍ਰੇਸ਼ਨ ਦੇ ਅੱਜ ਕੱਲ੍ਹ ਇੰਡੀਆ ਦੇ ਵਿੱਚ ਇੱਕ ਸ਼ਬਦ ਸੁਣਿਆ ਹੋਵੇਗਾ ਤੁਸੀਂ, ਝੋਲਾ ਛਾਪ ਡਾਕਟਰ। ਤੁਹਾਨੂੰ ਲੱਗਦਾ ਵੀ ਕੁਝ ਝੋਲਾ ਛਾਪ ਜਿਹੜੇ ਏਜੰਟ ਵੀ ਅਜਿਹੇ ਹੈਗੇ ਨੇ ਜਿਨ੍ਹਾਂ ਦਾ ਮੁੱਖ ਮਕਸਦ ਸਿਰਫ ਪੈਸਾ ਕਮਾਉਣਾ, ਉਹ ਨਹੀਂ ਦੇਖਦੇ ਇੱਕ ਵਾਰੀ ਫਾਈਲ ਲਗਾਈ ਉਸ ਤੋਂ ਬਾਅਦ ਉਸ ਕੇਸ ਦਾ ਕੀ ਬਣਿਆ ਕੀ ਨਹੀਂ ਬਣਿਆ, ਉਹ ਇਸ ਦੀ ਕੋਈ ਪਰਵਾਹ ਨਹੀਂ ਕਰਦੇ। ਤੁਹਾਨੂੰ ਲੱਗਦਾ ਵੀ ਕੋਈ ਕ੍ਰੈਡੀਬਿਲਿਟੀ ਹੋਣੀ ਚਾਹੀਦੀ ਹੈ ਇਹਨਾਂ ਏਜੰਟ ਦੀ? ਸੋ ਮੈਂ ਲਾਈਕ ਦ ਪੁਆਇੰਟ ਇਜ਼ ਕਿ ਕ੍ਰੈਡੀਬਿਲਿਟੀ ਦੀ ਜਦੋਂ ਗੱਲ ਆਣੀ ਹੈਗੀ ਆ, ਜਿਹੜਾ ਗੋਸਟ ਕੰਸਲਟੈਂਟ ਆ ਉਹ ਪਹਿਲਾਂ ਹੀ ਤੁਸੀਂ ਉਹਦੇ ਕੋਲ ਹੀ ਚਲੇ ਗਏ, ਉਹੀ ਪਹਿਲੀ ਇਲੀਗਲ ਐਕਟੀਵਿਟੀ ਹੈਗੀ ਆ। ਉਹਦੀ ਕੋਈ ਨਿਸ਼ਾਨੀ ਹੈਗੀ ਹੈ ਵੀ ਇਹ ਗੋਸਟ ਏਜੰਟ ਹੈਗਾ? ਬਿਲਕੁਲ ਹੈਗੀ ਆ। ਉਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਮਿਹਨਤ ਕਰਨੀ ਪੈਣੀ ਹੈਗੀ, ਔਰ ਆਪਾਂ ਬਹੁਤ ਜ਼ਿਆਦਾ ਟਾਈਮ ਸੋਸ਼ਲ ਮੀਡੀਆ ਤੇ ਵੇਸਟ ਕਰਦੇ ਹਾਂ ਜੀ। 2 ਮਿੰਟ ਅਗਰ ਆਪਾਂ ਆਪਣੇ ਕੀਮਤੀ ਸਮੇਂ ਤੋਂ ਕੱਢੇ ਹੋਣ ਤੇ ਗੂਗਲ ਤੇ ਜਾਈਏ ਤੇ ਉਸ ਤੇ ਲਿਖੀਏ ICCRC ਕੰਸਲਟੈਂਟਸ, ਉਸ ਦੇ ਵਿੱਚ ਪੂਰੇ ਦੇ ਪੂਰੇ ਕੰਸਲਟੈਂਟਸ ਦੀ ਲਿਸਟ ਆਉਂਦੀ ਹੈ। ਤੁਸੀਂ ਜਿਸ ਕੰਸਲਟੈਂਟ ਦੇ ਕੋਲੇ ਗਏ ਹੋ, ਭਾਵ ਮੰਨ ਲਓ ਤੁਸੀਂ ਮੇਰੇ ਕੋਲੇ ਆਏ ਹੋ, ਤੁਸੀਂ ICCRC ਦੀ ਵੈਬਸਾਈਟ ਤੇ ਜਾਓ, ਉਸ ਦੇ ਉੱਤੇ ਲਿਖੋ ਸੰਦੀਪ ਸਿੰਘ। ਅਗਰ ਸੰਦੀਪ ਸਿੰਘ ਦੇ ਨਾਮ ਦੇ ਹੇਠ ਉੱਥੇ ਲਿਖਿਆ ਆ ਜਾਵੇ ਕਿ ਸੰਦੀਪ ਸਿੰਘ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ, ਤੇ ਉਹ ਲਾਇਸੈਂਸ ਕੰਸਲਟੈਂਟ ਆ। ਹੁਣ ਅਗਰ ਤੁਹਾਨੂੰ ਕੋਈ ਨੁਕਸਾਨ, ਫਰਕ ਕੀ ਆ? ਲਾਇਸੈਂਸ ਕੰਸਲਟੈਂਟ ਦੇ ਤੁਹਾਨੂੰ ਕੋਈ ਜਿੰਨਾ ਮਾਹੌਲ ਚੱਲ ਰਿਹਾ ਇਹਨਾਂ ਵਿੱਚੋਂ ਦੀ ਅਗਰ ਕਿਸੇ ਬੰਦੇ ਨੇ ਲਾਇਸੈਂਸ ਕੰਸਲਟੈਂਟ ਯੂਜ਼ ਕੀਤਾ ਹੋਇਆ ਆ, ਤੇ ਅਗਰ ਤੁਸੀਂ ਇਹ ਸਾਬਿਤ ਕਰ ਸਕਦੇ ਹੋ ਕਿ ਉਸ ਬੰਦੇ ਨੇ ਵਿਆਹ ਵਿਊ ਵਾਲਾ ਸਾਰਾ ਸਿਸਟਮ ਚਲਾਇਆ ਆ, ਉਹਦੀ ਇੱਕ ਚਿੱਠੀ, ਤੁਹਾਡੇ ਕੰਜ਼ਿਊਮਰ ਦੀ ਸਿਰਫ ਇੱਕ ਚਿੱਠੀ ICCRC ਨੂੰ, ਤੇ ਉਹ ਬੰਦੇ ਦਾ ਲਾਇਸੈਂਸ ਗਿਆ। ਹੁਣ ਮੈਨੂੰ ਇੱਕ ਗੱਲ ਦੱਸੋ, ਜਿਸ ਬੰਦੇ ਦੀ ਰੋਜ਼ੀ ਰੋਟੀ ਇਸ ਲਾਇਸੈਂਸ ਦੇ ਸਿਰ ਤੇ ਆ, ਕਿ ਉਹ ਇਹੋ ਜਿਹੇ ਕਿ ਨਾਮ ਗੇਮਾਂ ਖੇਲੂਗਾ? ਬਿਲਕੁਲ ਨਹੀਂ ਖੇਲੂਗਾ। ਕੌਣ ਖੇਲੂਗਾ? ਜਿਹੜਾ ਕੁਝ ਵੀ ਸਟੇਕ ਤੇ ਨਹੀਂ ਹੈ। ਜਿਹੜੇ ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਇਹ ਗੋਸਟ ਕੰਸਲਟੈਂਟਸ ਦੀਆਂ ਛੋਟੀਆਂ ਦੁਕਾਨਾਂ ਖੁੱਲ ਚੁੱਕੀਆਂ ਨੇ, ਉਹਨਾਂ ਦੇ ਹੈਵ ਨਥਿੰਗ ਟੂ ਲੂਜ਼। ਵੱਧ ਤੋਂ ਵੱਧ ਕੀ ਆ ਉਹਨਾਂ ਦੇ ਕੋਲੇ? ਕਿ ਨਾਮ ਅਗਰ ਉਹਨਾਂ ਦੀ ਦੁਕਾਨ ਬੰਦ ਵੀ ਹੁੰਦੀ ਹੈ ਤਾਂ ਉਹਨਾਂ ਦਾ ਕਿਹੜਾ ਲਾਇਸੈਂਸ ਸੀਗਾ, ਉਹਨਾਂ ਦੇ ਕਿਹੜੀ ਇੰਸ਼ੋਰੈਂਸ ਸੀਗੀ, ਉਹਨਾਂ ਦੇ ਕਿਹੜਾ ਕਿ ਉਹ ਦੂਜਾ ਨਾਮ ਰੱਖ ਕੇ ਕੋਈ ਹੋਰ ਦੁਕਾਨ ਖੋਲ ਲੈਣਗੇ। ਸੋ ਦੈਟਸ ਦ ਮੇਜਰ ਥਿੰਗ। ਔਰ ਇਹ ਹੌਲੀ ਅਵੇਅਰਨੈਸ ਆ ਰਹੀ ਹੈ। ਹੌਲੀ ਤੁਸੀਂ ਦੇਖੋਗੇ ਕਿ ਮੈਂ ਵੀ ਹੁਣ ਕੁਝ ਮੀਡੀਆ ਚੈਨਲ ਦੇਖਣਾ ਸ਼ੁਰੂ ਕੀਤਾ, ਉੱਥੇ ਐਡਵਰਟਾਈਜ਼ਮੈਂਟਸ ਲਿਖਿਆ ਜਾ ਰਿਹਾ ਹੈ ਕਿ ਅਸੀਂ ਕੈਨੇਡੀਅਨ ਲਾਇਰਸ ਨਾਲ, ਕੈਨੇਡੀਅਨ ਕੰਸਲਟੈਂਟਸ ਨਾਲ ਕੰਮ ਕਰਦੇ ਪਏ ਹਾਂ। ਸੋ ਇਹ ਬਹੁਤ ਇੰਪੋਰਟੈਂਟ ਆ। ਜਿੱਥੇ ਕਿਸੇ ਦਾ ਲਾਇਸੈਂਸ ਟੇਕ ਤੇ ਨਹੀਂ ਹੈਗਾ, ਉੱਥੇ ਧੋਖੇ ਹੋਣ ਦੇ ਜ਼ਿਆਦਾ ਆਸਾਰ ਨੇ। ਇਹ ਇੱਕ ਚੀਜ਼ ਹੈ। ਜਿੱਥੇ ਦੂਸਰੀ ਗੱਲ ਹੈਗੀ ਆ,
ਭਾਵੇਂ ਉਹ ਲੜਕਾ ਹੈ ਭਾਵੇਂ ਉਹ ਲੜਕੀ ਹੈ। ਇਸ ਚੀਜ਼ ਨੂੰ ਇਹਨਾਂ ਕੇਸਿਸ ਤੋਂ ਸਾਈਡ 'ਚ ਰੱਖ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਕਿ ਆਪਾਂ ਨੂੰ ਕਿਸੇ ਦੇ ਮੋਢੇ ਵਰਤ ਕੇ ਜੀ ਕੈਨੇਡਾ ਆਉਣ ਦਾ ਸੁਪਨਾ ਛੱਡਣਾ ਚਾਹੀਦਾ। ਆਪਾਂ ਨੂੰ ਆਪਣੇ ਬੱਚੇ ਆਪ ਤਿਆਰ ਕਰਨੇ ਚਾਹੀਦੇ ਨੇ ਕਿ ਉਹ ਲਾਇਸੈਂਸ ਤੇ ਆਪਣੇ ਆਈਲੈਟਸ ਕਰਨ, ਆਈਲੈਟਸ ਆਪ ਲੈ ਕੇ ਕੈਨੇਡਾ ਪਹੁੰਚਣ। ਉਹਦੇ ਨਾਲ ਕੀ ਹੋਏਗਾ? ਪਹਿਲੀ ਗੱਲ ਕਿ ਮੈਰਿਜ ਆਫ ਕਨਵੀਨੀਅੰਸ ਨਹੀਂ ਹੋਏਗੀ, ਤੁਸੀਂ ਬਾਏ ਲਾਅ ਕੈਨੇਡਾ ਆ ਰਹੇ ਹੋ। ਦੂਸਰੀ ਗੱਲ ਜਿਹੜੀਆਂ ਧੋਖੇਧੜੀ ਵਾਲੀਆਂ ਕਹਾਣੀਆਂ ਨੇ ਉਹ ਆਪਣੇ ਆਪ ਖਤਮ ਹੋ ਜਾਣਗੀਆਂ। ਇੰਨਾ ਜ਼ਰੂਰ ਯਾਦ ਰੱਖੋ ਕਿ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਮੈਰਿਜ ਕੇਸਿਸ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਰਿਹਾ, ਹੁਣ ਸਪਾਊਜ਼ਲ ਦੇ ਵਿੱਚ ਹੋ ਰਿਹਾ ਹੈ। ਔਰ ਇਸ ਦੇ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਇਹ ਗੱਲ ਬਹੁਤ ਜ਼ਿਆਦਾ ਮਾੜੀ ਲੱਗਣੀ ਆ, ਬਟ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨਾਮ ਆ ਉਹ ਪੰਜਾਬੀਆਂ ਦਾ ਆ, ਪੰਜਾਬ ਦਾ ਆ। ਪੰਜਾਬ ਦੇ ਲੋਕਾਂ ਦੇ ਉੱਤੇ ਇਹ ਗੱਲ ਆਉਂਦੀ ਹੈ ਕਿ ਮੈਕਸਿਮਮ ਕੇਸਿਸ ਮਿਸਰੈਪ੍ਰੈਜ਼ੈਂਟੇਸ਼ਨ ਦੇ, ਮੈਕਸਿਮਮ ਕੇਸਿਸ ਫਰਾਡ ਮੈਰਿਜਸ ਦੇ ਜੀ ਉਹ ਪੰਜਾਬ ਤੋਂ ਆਉਂਦੇ ਆ। ਔਰ ਲਾਈਕ ਇਹ ਸਾਡੇ ਸਾਰਿਆਂ ਵਾਸਤੇ ਲਾਈਕ ਬਹੁਤ ਖਤਰਨਾਕ ਸਿਨੈਰੀਓ ਆ। ਅਸੀਂ ਸਾਰੇ ਆਪ ਹੀ ਕਹਿੰਦੇ ਹਾਂ ਕਿ ਸਾਨੂੰ ਪੰਜਾਬ ਨਾਲ ਬਹੁਤ ਪਿਆਰ, ਬਹੁਤ ਪਿਆਰ। ਕਿਹੋ ਜਿਹਾ ਪਿਆਰ ਹੈ ਕਿ ਅਸੀਂ ਉਸ ਪਵਿੱਤਰ ਧਰਤੀ ਦਾ ਜਾ ਕੇ ਨਾਮ ਡੋਬਦੇ ਪਏ ਹਾਂ ਸਿਰਫ ਤੇ ਸਿਰਫ ਕੈਨੇਡਾ ਨਿਕਲਣ ਵਾਸਤੇ। ਮੈਂ ਨਹੀਂ ਕਹਿੰਦਾ ਕਿ ਕੈਨੇਡਾ ਨਹੀਂ ਆਉਣਾ ਚਾਹੀਦਾ, ਕੈਨੇਡਾ ਬਹੁਤ ਵਧੀਆ ਧਰਤੀ ਆ, ਇਸ ਲੈਂਡ ਆਫ ਓਪਰਚੁਨਿਟੀਜ਼। ਪਰ ਜਿਹੜਾ ਲੀਗਲ ਸਿਸਟਮ ਆ ਉਹਦੇ ਅਧੀਨ, ਨਾ ਕਿ ਉਸ ਦੇ ਵਿੱਚ ਉਹਦੀ ਚੋਰ ਮੋਰੀਆਂ ਕੱਢ ਕੇ ਆਪਾਂ ਉਹਦੇ ਅਰਾਊਂਡ ਪਲੇ ਅਰਾਊਂਡ ਕਰਨਾ ਸ਼ੁਰੂ ਕਰੀਏ। ਉਹ ਪਲੇ ਅਰਾਊਂਡ ਦੇ ਨਤੀਜੇ ਨੇ ਇਹ ਸਾਰੇ। ਇਹ ਲਵਪ੍ਰੀਤ ਵਾਲਾ ਕੇਸ ਜਿਹੜਾ ਆ, ਉਹ ਇੱਕ ਬੱਚਾ ਜਿਹੜਾ ਆ ਉਹ ਇਸ ਦੁਨੀਆ ਤੋਂ ਗਿਆ, ਉਸ ਤੋਂ ਸਬਕ ਲਈਏ ਤੇ ਉਸ ਨੂੰ ਅੱਗੇ ਉਹਦੀ ਇੰਪਰੂਵ ਕਰਨ ਲਈ ਟਰਾਈ ਕਰੀਏ, ਨਾ ਕਿ ਅਸੀਂ ਇੱਕ ਇਹਨੂੰ ਮੇਲ ਜਾਂ ਫੀਮੇਲ ਦੀ ਲੜਾਈ ਖੜੀ ਕਰ ਦਈਏ। ਮੈਂ ਦੇਖਿਆ ਕੁਝ ਬੰਦਿਆਂ ਨੇ ਫੀਮੇਲਸ ਨੇ ਫੀਮੇਲ ਤੇ ਹੱਕ 'ਚ ਬਿਆਨ ਦੇਣੇ ਸ਼ੁਰੂ ਕਰਤੇ। ਬਿਲਕੁਲ ਕਿ ਨਾਮ ਹੈ, ਇਹਨੂੰ ਬੰਦਿਆਂ ਦਾ ਇਸ਼ੂ ਬਣਾ ਲਿਆ। ਨਾ ਤਾਂ ਇਹ ਬੰਦਿਆਂ ਦਾ ਇਸ਼ੂ ਆ, ਨਾ ਇਹ ਕੁੜੀਆਂ ਦਾ ਇਸ਼ੂ ਆ। ਇਹ ਇਸ਼ੂ ਸਾਡੀ ਮੋਰੈਲਿਟੀ ਦਾ ਆ। ਇਹਨੂੰ ਮੋਰਲ ਇਸ਼ੂਜ਼ ਦੇ, ਮੋਰਲ ਗਰਾਊਂਡ ਦੇ ਉੱਤੇ ਰੱਖਣਾ ਚਾਹੀਦਾ ਹੈ, ਜੈਂਡਰ ਦੇ ਉੱਤੇ ਨਹੀਂ ਜੀ। ਤੇ ਤੁਹਾਡੇ ਵੱਲੋਂ ਜਿਹੜੀ ਤੁਹਾਡੇ ਇਮੀਗ੍ਰੇਸ਼ਨ ਕੰਸਲਟੈਂਸੀ ਹੈਗੀ ਆ, ਇਸ ਦੇ ਲਈ ਕੋਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਤੁਸੀਂ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰ ਸਕੋ ਵੀ ਤੁਹਾਡੀਆਂ ਇਹ ਰਾਈਟਸ ਨੇ, ਇਹਨਾਂ ਰਾਈਟਸ ਨੂੰ ਤੁਸੀਂ ਵਰਤ ਕੇ ਆਪਣਾ ਜਿਹੜਾ ਕੈਨੇਡਾ ਆ ਸਕਦੇ ਹੋ ਵਧੀਆ ਤਰੀਕੇ ਦੇ ਨਾਲ, ਜਾਂ ਕੈਨੇਡਾ ਦੇ ਵਿੱਚ ਤੁਹਾਡੇ ਨਾਲ ਕਿਸੇ ਨੇ ਧੋਖਾਧੜੀ ਕੀਤੀ ਹੈ ਤੇ ਤੁਸੀਂ ਆਪਣੇ ਕੇਸ ਨੂੰ ਇਸ ਤਰ੍ਹਾਂ ਪ੍ਰੋਸੀਡ ਕਰ ਸਕਦੇ ਹੋ? ਬਿਲਕੁਲ। ਸੋ ਅਸੀਂ ਹਰੇਕ ਸ਼ਨੀਵਾਰ, ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਵੈਬੀਨਾਰ ਕਰਦੇ ਹੁੰਦੇ ਹਾਂ, ਹੋਰ ਸਾਰੇ ਵੈਬੀਨਾਰ ਜਿਹੜੇ ਉਹ ਇਮੀਗ੍ਰੇਸ਼ਨ ਦੇ ਅਲੱਗ-ਅਲੱਗ ਮੁੱਦਿਆਂ ਤੇ ਹੁੰਦੇ ਆ ਜੀ। ਇਸ ਸ਼ਨੀਵਾਰ ਦਾ ਜਿਹੜਾ ਸਾਡਾ ਵੈਬੀਨਾਰ ਹੈਗਾ ਆ, ਉਹ 3 ਮੁੱਦਿਆਂ ਨੂੰ ਲੈ ਕੇ ਆ: ਮਿਸਰੈਪ੍ਰੈਜ਼ੈਂਟੇਸ਼ਨ, ਮੈਰਿਜ ਕਨਵੀਨੀਅੰਸ ਐਂਡ ਡੈਪੋਟੇਸ਼ਨ। ਡੈਪੋਟੇਸ਼ਨ ਦੇ ਵਿੱਚ ਕੀ ਹੁੰਦਾ ਆ, ਲਾਈਕ ਰਿਮੂਵਲ ਆਰਡਰ ਕੀ ਆ, ਡੈਪੋਟੇਸ਼ਨ ਕੀ ਆ, ਕਿਹੜੀਆਂ ਧਾਰਾਵਾਂ ਦੇ ਅਧੀਨ ਕਿਹਨੂੰ ਡਿਪੋਰਟ ਕੀਤਾ ਜਾ ਸਕਦਾ, ਕਿੰਨਾ ਪ੍ਰੋਸੈਸਿੰਗ ਟਾਈਮ ਆ, ਕਿੰਨੀਆਂ ਅਪੀਲਸ ਹੋ ਸਕਦੀਆਂ, ਕੌਣ ਅਪੀਲ ਕਰ ਸਕਦਾ ਹੈ, ਕੌਣ ਨਹੀਂ ਕਰ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਉਸ ਵੈਬੀਨਾਰ ਦੇ ਵਿੱਚ ਡਿਸਕਸ ਕੀਤੀਆਂ ਜਾਣਗੀਆਂ। ਸੋ ਜਿੰਨੇ ਵੀ ਸਰੋਤੇ ਨੇ ਉਹ ਉਸ ਵੈਬੀਨਾਰ ਨੂੰ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਜ਼ਰੂਰ ਜੁਆਇਨ ਕਰਨ। ਉਸ ਵਿੱਚ ਤੁਸੀਂ ਸਾਡੇ ਤੋਂ ਡਾਇਰੈਕਟਲੀ ਸਵਾਲ ਵੀ ਪੁੱਛ ਸਕਦੇ ਹੈਗੇ। ਇੰਨਾ ਹੀ ਨਹੀਂ, ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਕੁਆਇਰੀਜ਼ ਨੇ, ਜਿਵੇਂ ਆਪਾਂ ਪਿਛਲੀ ਵਾਰੀ ਜਦੋਂ ਹਰਪਾਲ ਭਾਜੀ ਗੱਲ ਕੀਤੀ ਉਦੋਂ ਅਸੀਂ ਗੱਲ ਕਰ ਰਹੇ ਸੀ ਓਨਟਾਰੀਓ PNP ਦੀ ਜੀ। ਕੱਲ ਹੀ ਓਨਟਾਰੀਓ PNP ਦਾ ਡਰਾ ਨਿਕਲਿਆ। ਉਸ ਦੇ ਵਿੱਚ ਸਾਡੇ ਲੁਧਿਆਣੇ ਤੋਂ ਕਲਾਇੰਟ ਹੈਗੇ ਨੇ, ਓਨਟਾਰੀਓ ਪੰਜਾਬ ਬੈਠੇ, ਉਹਨਾਂ ਨੂੰ PNP ਇਨਵੀਟੇਸ਼ਨ ਆਈ ਹੈਗੀ ਆ। ਸੋ ਮੈਂ ਕਿਉਂ ਐਗਜ਼ਾਮਪਲ ਦੇ ਰਿਹਾ ਕਿ ਬਹੁਤ ਜ਼ਿਆਦਾ ਰਸਤੇ ਹੁੰਦੇ ਆ PNP ਦਾ, PRs ਨੇ, ਇਨਵੈਸਟਰ ਕੈਟਾਗਰੀਜ਼ ਨੇ, ਐਂਟਰਪ੍ਰੈਨਿਓਰ ਕੈਟਾਗਰੀਜ਼ ਨੇ, ਬਹੁਤ ਰਸਤੇ ਨੇ। ਤੁਸੀਂ ਸਹੀ ਰਸਤੇ ਦੀ ਪਹਿਚਾਣ ਕਰੋ। ਮੈਂ ਤੁਹਾਨੂੰ ਉਸ ਬੀਬੀ ਦੀ ਸਟੋਰੀ ਦੱਸਣੀ ਹੈ। ਤਰਵਿੰਦਰ ਕੌਰ, ਉਹਨਾਂ ਦਾ ਨਾਮ ਲੁਧਿਆਣੇ ਤੋਂ ਨੇ, ਇਹਨਾਂ ਦੇ ਕੱਲ PNP ਆਈ ਆ। ਉਹਨਾਂ ਨੇ ਜਦੋਂ PNP ਸਾਡੇ ਤੋਂ ਲਾਣੀ ਸੀਗੀ ਤਾਂ ਉਹਨਾਂ ਨੂੰ ਮੈਂ ਸਾਰੀਆਂ ਵੈਬਸਾਈਟਸ ਭੇਜੀਆਂ ਕਿ ਭਾਈ ਇਹ ਸੱਚੀ ਪ੍ਰੋਗਰਾਮ ਹੈਗਾ ਆ। ਪਹਿਲਾਂ ਤਾਂ ਉਹਨਾਂ ਨੂੰ ਜਦੋਂ ਪ੍ਰੋਗਰਾਮ ਦੱਸ ਰਹੇ ਸੀ ਉਹ ਯਕੀਨ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਹੋ ਜਿਹੇ ਪ੍ਰੋਗਰਾਮ ਸੁਣੇ ਨਹੀਂ ਹੁੰਦੇ ਕਿ ਐਸੇ ਵੀ ਕੋਈ ਪ੍ਰੋਗਰਾਮਸ ਹੈਗੇ ਆ। ਤੇ ਫਿਰ ਉਹਨਾਂ ਦੇ ਪਰਿਵਾਰ ਸਾਰਾ ਭਾਈ ਉਹਨਾਂ ਨੂੰ ਕਹਿੰਦੇ ਸੀ ਭਾਈ ਤੇਰਾ ਦਾ ਧੋਖਾ ਹੋ ਗਿਆ, ਤੂੰ ਲੁੱਟੀ ਗਈਆਂ, ਤੇਰਾ ਕੀ ਨਾਮ ਹੈ, ਬੰਨਣਾ ਕੁਛ ਨਹੀਂ ਆ। ਹੋਰ ਇਹ ਬੀਬੀ ਨੇ ਮੈਨੂੰ ਆਪਣੇ ਮੂੰਹ ਸਟੋਰੀਜ਼ ਦੱਸੀਆਂ ਨਾ। ਤੇ ਜਦੋਂ ਕੱਲ ਉਹਨਾਂ ਨੂੰ PNP ਇਨਵੀਟੇਸ਼ਨ ਆਈ ਆ, ਉਹ ਖੁਸ਼ੀ ਦਾ ਕੋਈ ਅੰਤ ਨਹੀਂ ਹੈਗਾ। ਜਿਹੜਾ ਸਾਡਾ ਵੈਬੀਨਾਰ ਹੈ ਸੈਟਰਡੇ ਨੂੰ, ਉਸ ਵੈਬੀਨਾਰ ਦੇ ਵਿੱਚ ਜੁਆਇਨ ਵੀ ਕਰਨਗੇ ਸਾਨੂੰ, ਤੇ ਆਪਣਾ ਐਕਸਪੀਰੀਅੰਸ ਦੱਸਣਗੇ ਕਿ ਉਹਨਾਂ ਦਾ ਐਕਸਪੀਰੀਅੰਸ ਕਿਸ ਤਰੀਕੇ ਦਾ ਰਿਹਾ ਹੈ। ਸੋ ਮੇਰੇ ਕਹਿਣ ਦਾ ਜਿਹੜਾ ਮਤਲਬ ਉਹ ਹੈ ਕਿ ਆਪਾਂ ਪਹਿਲੀ ਗੱਲ ਤਾਂ ਕੈਨੇਡਾ ਇਜ਼ ਨਾਟ ਐਂਡ ਆਫ ਦ ਵਰਲਡ। ਜ਼ਿੰਦਗੀ ਨਾਲੋਂ, ਤੁਹਾਡੇ ਆਪਣੇ ਜੀਵਨ ਨਾਲੋਂ ਕੈਨੇਡਾ ਇੰਪੋਰਟੈਂਟ ਨਹੀਂ ਹੈ ਜੀ। ਦੂਸਰੀ ਗੱਲ ਕਿ ਜਿਹੜੀ ਕੈਨੇਡਾ ਅਗਰ ਆਉਣਾ ਆ, ਬਹੁਤ ਜ਼ਿਆਦਾ ਲੀਗਲ ਆਪਸ਼ਨਸ ਨੇ, ਉਹਨਾਂ ਲੀਗਲ ਆਪਸ਼ਨਸ ਨੂੰ ਯੂਜ਼ ਕਰੋ ਤੇ ਉਹਦੇ ਥਰੂ ਆਵੋ।
ਇੱਕ ਸਵਾਲ ਵਿੱਚ ਹੀ ਹੈ, ਮੈਨੂੰ ਮਾਫ ਕਰਨਾ ਤੁਹਾਨੂੰ ਵਿੱਚ ਟੋਕ ਰਿਹਾ, ਜਿਹੜੇ ਤੇ ਪੀਐਨਪੀ ਦਾ ਪ੍ਰੋਸੈਸ ਟਾਈਮ ਕੋਈ ਹੈ ਜਾਂ ਕੋਈ ਇਨਵੈਸਟਰ ਤੌਰ ਤੇ ਆਂਦਾ, ਜਾਂ ਪੀਐਨਪੀ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਹੈ? ਬਸ ਭਾਜੀ ਇੱਥੇ ਹੀ ਪ੍ਰੋਬਲਮ ਆ, ਇਹੀ ਪ੍ਰੋਬਲਮ ਆ ਹਰਪਾਲ ਭਾਜੀ, ਕਿਉਂਕਿ ਇੱਥੇ ਪੀਐਨਪੀ ਇਨਵੀਟੇਸ਼ਨ ਦਾ 3-4 ਮਹੀਨਿਆਂ ਚ ਆ ਜਾਂਦੀ ਆ, ਪਰ ਪ੍ਰੋਸੈਸਿੰਗ ਟਾਈਮ ਦਾ 1.5-2 ਸਾਲ ਦਾ ਪ੍ਰੋਸੈਸ ਆ। ਆਪਣੇ ਅਨਫੋਰਚੂਨੇਟਲੀ ਆਪਣੇ ਜਿਹੜੇ ਸਰੋਤੇ ਸੁਣ ਰਹੇ ਉਹਨਾਂ ਦੀ ਮੈਜੋਰਿਟੀ ਬੰਦਿਆਂ ਨੂੰ ਕੈਨੇਡਾ ਆਉਣ ਦੀ ਕਾਹਲੀ ਇੰਨੀ ਆ ਕਿ ਉਹ ਕੱਲ ਨੂੰ ਆਉਣਾ ਚਾਹੁੰਦੇ ਆ, ਉਹ ਸ਼ਾਰਟਕਟਸ ਲੱਭਦੇ, ਉਹ ਸ਼ਾਰਟਕਟਸ ਮਹਿੰਗੇ ਪੈ ਜਾਂਦੇ ਆ। ਅਗਰ ਉਹਨੇ ਸਹੀ ਤਰੀਕਾ ਲਿਆ ਹੋਵੇ, ਹਾਂ ਉਹਨਾਂ ਲਿਆ ਕਿ ਤੁਸੀਂ ਪੱਕੇ ਵਸਨੀਕ ਬਣ ਕੇ ਆਉਂਗੇ ਕੈਨੇਡਾ ਦੇ ਵਿੱਚ, ਪਰ ਉਹਦਾ ਪ੍ਰੋਸੈਸਿੰਗ ਟਾਈਮ ਸਾਲ, 1.5 ਸਾਲ, 2 ਸਾਲ ਹੋ ਸਕਦਾ ਹੈ। 2 ਸਾਲ ਮੈਨੇ ਰੱਖਦੇ ਆ ਲੀਗਲੀ ਕੈਨੇਡਾ ਆਉਣ ਦੇ ਵਿੱਚ, ਕਿ ਸ਼ਾਰਟਕਟ ਕਰਕੇ ਧੋਖਾ ਖਾਣਾ ਮੈਨੇ ਰੱਖਦਾ ਆ। ਇਹ ਹੁਣ ਸਰੋਤਿਆਂ ਨੇ ਡਿਸਾਈਡ ਕਰਨਾ ਹੈ। ਮੈਂ ਨਹੀਂ ਕਹਿ ਰਿਹਾ ਕਿ ਹਰੇਕ ਪ੍ਰੋਗਰਾਮ ਦੇ ਉੱਤੇ ਸਾਲ, 1.5 ਸਾਲ, 2 ਸਾਲ ਲੱਗਦੇ। ਬਹੁਤ ਪ੍ਰੋਗਰਾਮਸ ਨੇ, ਐਕਸਪ੍ਰੈਸ ਐਂਟਰੀ ਆ ਜਿਹੜੇ ਬਹੁਤ ਛੇਤੀ ਹੁੰਦਾ, ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਆ, ਉਹ ਬਹੁਤ ਛੇਤੀ ਹੁੰਦੇ ਆ। ਬਟ ਟਾਈਮ ਸਾਰਾ ਟਾਈਮ ਦੇ ਬੇਸਿਸ ਦੇ ਉੱਤੇ ਸ਼ਾਰਟਕਟਸ ਲੈਣੇ ਸਹੀ ਨਹੀਂ ਹੋਣਗੇ। ਤੁਸੀਂ ਸਹੀ ਰਸਤਾ ਚੂਜ਼ ਕਰੋ। ਇਹ ਦੇਖੋ ਤੁਸੀਂ ਕਿੱਥੇ ਕੁਆਲੀਫਾਈ ਹੋ ਸਕਦੇ ਹੋ, ਜਿੱਥੇ ਕੁਆਲੀਫਾਈ ਹੋ ਸਕਦੇ ਹੋ ਉਸ ਰਸਤੇ ਨੂੰ ਅਪਣਾਓ। ਟਾਈਮ ਜਿਹੜਾ ਹੈ ਉਹ ਸਰਕਾਰ ਕੰਟਰੋਲ ਕਰਦੀ ਆ, ਸੋ ਉਹ ਸਰਕਾਰ ਦਾ ਜਿਹੜਾ ਟਾਈਮ ਹੈਗਾ ਉਹ ਤੁਹਾਨੂੰ ਉਸ ਦੇ ਵਿੱਚੋਂ ਦੀ ਨਿਕਲਣਾ ਹੀ ਪੈਣਾ। ਪਰ ਅਗਰ ਉਹ ਨਿਕਲ ਕੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਦੇ ਉੱਤੇ ਕੈਨੇਡਾ ਆ ਰਹੇ ਹੋ, ਵਾਟ ਐਲਸ ਡੂ ਯੂ ਵਾਂਟ? ਇੱਕ ਹੋਰ, ਜਿਹੜੀ ਇਹ ਸਾਰੀ ਜਾਣਕਾਰੀ ਹੈ ਕਿਸੇ ਵੈਬਸਾਈਟ ਦੇ ਉੱਤੇ ਉਪਲਬਧ ਹੁੰਦੀ ਹੈ ਵੀ ਇਹ ਸਰਕਾਰ ਦੇ ਪ੍ਰੋਗਰਾਮ ਨੇ ਜੀ, ਇਹਨਾਂ ਦੇ ਰਾਹੀਂ ਤੁਸੀਂ ਵਧੀਆ ਤਰੀਕੇ ਦੇ ਨਾਲ ਆਪ ਕੈਨੇਡਾ ਦੇ ਵਿੱਚ ਆ ਕੇ ਵਸ ਸਕਦੇ ਹੋ? ਬਿਲਕੁਲ ਬਿਲਕੁਲ ਭਾਜੀ, ਇਹ ਹੁੰਦੀ ਹੈਗੀ। ਸੋ ਇਹ ਕਿਵੇਂ ਹੁੰਦੀ ਹੈਗੀ ਹੈ? ਸੋ ਇਹਨਾਂ ਕੇਸਿਸ ਦੇ ਵਿੱਚ ਤੁਸੀਂ ਕਿਸੇ ਵੀ ਪ੍ਰੋਵਿੰਸ ਦੀ ਫਾਈਲ ਲਗਾਣੀ ਆ, ਮੰਨ ਲਓ ਫਾਈਲ ਲਗਾਉਣ ਵਾਸਤੇ ਸਸਕੈਚੁਅਨ ਸਰਕਾਰ ਦਾ ਆਪਣਾ ਵੈਬਸਾਈਟ ਆ, ਉਸ ਵੈਬਸਾਈਟ ਜੋ ਡਿਟੇਲਸ ਚੈੱਕ ਕਰ ਸਕਦੇ ਹੋ ਕਿ ਤੁਸੀਂ ਕੁਆਲੀਫਾਈ ਕਰ ਰਹੇ ਹੋ ਕਿ ਨਹੀਂ। ਓਨਟਾਰੀਓ ਦੀ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ। ਸੋ ਹਰੇਕ ਪ੍ਰੋਵਿੰਸ ਦੀ ਹੁੰਦੀ ਹੈ, ਇੰਨਾ ਹੀ ਨਹੀਂ, ਫੈਡਰਲੀ ਅਲੱਗ-ਅਲੱਗ ਪ੍ਰੋਗਰਾਮਸ ਨੇ, ਉਹ CIC ਦੀਆਂ ਵੈਬਸਾਈਟ ਦੇ ਉੱਤੇ ਚੈੱਕ ਕੀਤੀਆਂ ਜਾ ਸਕਦੀਆਂ ਨੇ। ਹੋਰ ਇੰਨਾ ਨਹੀਂ, ਮੈਨੂੰ ਤੁਹਾਡੇ ਨਾਲ ਗੱਲ ਕਰਦੇ ਗੱਲ ਯਾਦ ਹੋਰ ਆ ਗਈ। ਪਿਛਲੇ 2-4 ਦਿਨਾਂ ਤੋਂ ਮੈਂ ਲਗਾਤਾਰ ਕਾਫੀ ਮੀਡੀਆ ਚੈਨਲ ਦੇ ਉੱਤੇ ਆ, ਤੇ ਉਸ ਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਬਾਹਰ ਆਉਂਦੀ ਪਈ ਹੈ ਕਿ ਸਤੰਬਰ ਸੈਸ਼ਨ ਵਾਸਤੇ ਬਹੁਤ ਜ਼ਿਆਦਾ ਰਿਫਿਊਜ਼ਲ ਆ ਰਹੀ ਹੈ। ਅੱਜ ਦੀ ਤਰੀਕ 14 ਤਰੀਕ ਆ, ਤੇ ਮੈਂ ਨਾਲ ਕਹਿ ਸਕਦਾ ਆ ਕਿ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੀ 14 ਤਰੀਕ ਤੱਕ not single refusal for September session। ਸੋ ਸਤੰਬਰ ਸੈਸ਼ਨ ਦੀ 14 ਤਰੀਕ ਤੱਕ ਸਾਡੇ ਇੱਕ ਵੀ ਅਜੇ ਤੱਕ ਰਿਫਿਊਜ਼ਲ ਨਹੀਂ ਆਈ ਹੈਗੀ ਆ। ਸੋ ਅਗਰ ਇਹੋ ਜੀ ਕੋਈ, ਮੈਂ ਤਾਂ ਹੈਰਾਨ ਸੀ ਜਦੋਂ ਮੀਡੀਆ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ, ਕਿਉਂਕਿ ਸਾਡੇ ਰਿਜ਼ਲਟਸ ਬਹੁਤ ਵਧੀਆ ਆ ਰਹੇ ਸੀਗੇ, ਤੇ ਮੈਨੂੰ ਐਕਸਪੈਕਟੇਸ਼ਨ ਸੀ ਕਿ ਬਹੁਤ ਵਧੀਆ ਰਿਜ਼ਲਟਸ ਆਉਂਦੇ ਪਏ, ਕਿਉਂਕਿ ਅਸੀਂ ਵੀ ਇੱਕ ਬਲੂਨ 'ਚ ਹੀ ਰਹਿੰਦੇ ਹਾਂ। ਜੋ ਸਾਡੇ ਕੋਲੇ ਆ ਰਿਹਾ ਹੁੰਦਾ ਹੈ ਸਾਨੂੰ ਉਹੀ ਲੱਗਦਾ ਕਿ ਉਹੀ ਸੱਚ ਆ। ਸੋ ਦ ਪੁਆਇੰਟ ਇਜ਼ ਕਿ ਅਗਰ ਤੁਹਾਡਾ ਅਨਫੋਰਚੂਨੇਟਲੀ ਸਟੱਡੀ ਪਰਮਿਟ ਰਿਫਿਊਜ਼ ਹੋ ਚੁੱਕਾ ਆ, ਜਾਂ ਤੁਸੀਂ ਅਜੇ ਫਾਈਲ ਲਗਾਉਣ ਬਾਰੇ ਸੋਚ ਰਹੇ ਹੋ, ਸਾਨੂੰ ਸੰਪਰਕ ਕਰੋ। ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰਾਂ, ਇਹ ਪੂਰੀਆਂ ਕਹਾਣੀਆਂ ਤੋਂ ਬਾਅਦ ਸਪਾਊਸਲ ਓਪਨ ਵਰਕ ਪਰਮਿਟ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਸਖਤੀ ਵਰਤੀ ਜਾਏਗੀ ਕੈਨੇਡਾ। ਹੋਰ ਐਕਸਪੈਕਟਡ ਹੈ ਕਿ ਓਪਨ ਵਰਕ ਪਰਮਿਟਸ ਦੇ ਵਿੱਚ ਬਹੁਤ ਜ਼ਿਆਦਾ ਰਿਫਿਊਜ਼ਲਸ ਵੀ ਆਉਣਗੀਆਂ। ਅਗਰ ਤੁਹਾਡੇ ਰਿਲੇਸ਼ਨਸ਼ਿਪ ਆਥੈਂਟਿਕ ਆ, ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਫਿਰ ਅਗਰ ਤੁਹਾਡਾ ਸੱਚਾ ਰਿਲੇਸ਼ਨਸ਼ਿਪ ਆ, ਤਾਂ ਫਿਰ ਵੀ ਤੁਹਾਨੂੰ ਰਿਫਿਊਜ਼ਲ ਆ ਰਹੀ ਆ, ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਅਗਰ ਤੁਹਾਡਾ ਝੂਠਾ ਰਿਲੇਸ਼ਨਸ਼ਿਪ ਆ, ਤੁਸੀਂ ਸਿਰਫ ਮੈਰਿਜ ਆਫ ਕਨਵੀਨੀਅੰਸ ਕੀਤੀ ਆ, ਤੇ ਮੇਰੀ ਹੱਥ ਬੰਨ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਹੁਣੇ ਆਪਣੀ ਫਾਈਲ ਵਾਪਸ ਲੈ ਲਓ। ਤੁਹਾਡਾ ਆਪ ਦਾ ਜਿਹੜਾ ਨੁਕਸਾਨ ਹੋਊਗਾ, ਹੋਰ ਵੀ ਇਹਨਾਂ ਚੀਜ਼ਾਂ ਦਾ ਇੰਪੈਕਟ ਬਾਕੀਆਂ ਤੇ ਵੀ ਪੈਂਦਾ। ਔਰ ਸੈਕੰਡਲੀ, ਅਗਰ ਇਹ ਪਤਾ ਹੀ ਚੱਲ ਗਿਆ ਕਿ ਇਹ ਮੈਰਿਜ ਆਫ ਕਨਵੀਨੀਅੰਸ ਆ, ਤੁਹਾਨੂੰ 5 ਸਾਲ ਦਾ ਬੈਨ ਲੱਗ ਸਕਦਾ ਆ। ਔਰ ਮਿਸਰਿਪਰੈਜ਼ੈਂਟੇਸ਼ਨ ਦੇ ਵਿੱਚ 5 ਸਾਲ ਦਾ ਬੈਨ, 5 ਸਾਲ ਬਾਅਦ ਭਾਵੇਂ ਉਹ ਬੈਨ ਹਟ ਵੀ ਜਾਵੇ, ਜਿਹੜੀ ਚੀਜ਼ ਤੁਹਾਡੀ ਫਾਈਲ ਤੇ ਇੱਕ ਵਾਰੀ ਚੜ ਗਈ ਉਹ ਹਮੇਸ਼ਾ ਯਾਦ ਰੱਖੀ ਜਾਵੇਗੀ। ਉਹ ਹਮੇਸ਼ਾ ਜਦੋਂ ਵੀ ਤੁਸੀਂ ਕਦੀ ਵੀ ਕੈਨੇਡਾ ਦੀ ਫਾਈਲ ਲਗਾਓਗੇ, ਉਸ ਵਿੱਚ ਨਜ਼ਰ ਆਏਗਾ ਕਿ ਤੁਹਾਡੇ ਤੇ 5 ਸਾਲ ਦਾ ਬੈਨ ਲੱਗਿਆ ਸੀ। ਤੁਹਾਡੀ ਫਾਈਲ ਹਮੇਸ਼ਾ ਹੀ ਸ਼ੱਕ ਦੇ ਨਜ਼ਰ ਚ ਆਊਗੀ। ਸੋ ਤੁਹਾਡੇ ਵਾਸਤੇ ਇਹ ਬੈਟਰ ਆ ਕਿ ਤੁਸੀਂ ਅਗਰ ਇਹ ਮੈਰਿਜ ਆਫ ਕਨਵੀਨੀਅੰਸ ਕੀਤੀ ਹੈ ਤੇ ਅੱਜ ਹੀ ਆਪਣੀ ਫਾਈਲ ਵਿਡਰਾ ਕਰੋ। ਔਰ ਅਗਰ ਤੁਹਾਡੀ ਸੱਚੀ ਮੈਰਿਜ ਹੈਗੀ ਆ ਤੇ ਤੁਹਾਨੂੰ ਰਿਫਿਊਜ਼ਲ ਮਿਲੀ ਹੈਗੀ ਆ, ਸਾਨੂੰ ਸੰਪਰਕ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਜੇ ਸੱਚੀ ਮੈਰਿਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਹੋਈ ਹੈ, ਮੋਸਟਲੀ ਹੁੰਦੀਆਂ ਨੇ, ਪਰ ਜੇ ਫਿਰ ਵੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਉਹ ਜਿਹੜੇ ਸਪਾਊਸ ਵੀਜ਼ੇ ਨੂੰ ਲੈਣਾ ਚਾਹੁੰਦੇ ਆ, ਕਿ ਉਹਨਾਂ ਨੂੰ ਡਰਨ ਦੀ ਲੋੜ ਹੈ, ਜਾਂ ਕੋਈ ਇਹ ਖਤਮ ਨਹੀਂ ਹੋ ਗਈ ਕਹਾਣੀ ਵੀ ਅੱਗੇ ਵੀ ਉਹਨੂੰ ਵੀਜ਼ਾ ਮਿਲ ਸਕਦਾ ਹੈ? ਇਹ ਕਿਹਾ ਕਿ ਉਹਨਾਂ ਲੋਕਾਂ ਲਈ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ।
ਜੀ ਉਹ ਸਾਨੂੰ ਸੰਪਰਕ ਕਰਨ, ਅਸੀਂ ਉਹਨਾਂ ਦੇ ਫਾਈਲਸ ਦੇ ਵਿੱਚ ਹੋਰ ਐਵੀਡੈਂਸਸ, ਹੋਰ ਪ੍ਰੂਫਸ, ਹੋਰ ਸਟਰੋਂਗ ਫਾਈਲ ਬਣਾ ਕੇ ਉਹਨਾਂ ਦੀ ਮਦਦ ਕਰ ਸਕਦੇ ਹਾਂ। ਤੁਹਾਡੇ ਆਫਿਸ ਇੰਡੀਆ ਵਿੱਚ ਵੀ ਹੈਗੇ, ਇਕੱਲੇ ਕੈਨੇਡਾ ਵਿੱਚ ਹੀ ਹੈ ਜੀ? ਸਾਡੇ ਆਫਿਸ ਪੰਜਾਬ ਦੇ ਵਿੱਚ, ਮੋਹਾਲੀ ਦੇ ਵਿੱਚ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਐਗਜ਼ਿਸਟ ਕਰਦਾ ਆ। ਔਰ ਤੁਸੀਂ ਉਹਨਾਂ ਨੂੰ ਰੀਚ ਆਊਟ ਕਰ ਸਕਦੇ ਹੈਗੇ ਹੋ। ਅਗਰ ਸਾਡੇ ਨਾਲ ਵੀ ਗੱਲਬਾਤ ਕਰਨਾ ਚਾਹੋ ਤਾਂ ਸਾਡੀ ਵੈਬਸਾਈਟ ਦੇ ਥਰੂ bramptonconsultancy.com ਦੇ ਉੱਤੇ ਜਾ ਕੇ ਸਾਡੇ ਨਾਲ ਵਾਰਤਾਲਾਪ ਕੀਤਾ ਜਾ ਸਕਦਾ ਹੈ। ਤੁਹਾਡਾ ਬਹੁਤ ਧੰਨਵਾਦ ਜੀ। ਇੱਕ ਵਾਰੀ ਫੇਰ ਜਾਂਦੇ ਜਾਂਦੇ ਉਹ ਜਿਹੜੀ ਤੁਹਾਡਾ ਸੈਟਰਡੇ ਨੂੰ ਪ੍ਰੋਗਰਾਮ ਹੋ ਰਿਹਾ ਵੈਬਿਨਾਰ, ਉਹਦੇ ਬਾਰੇ ਪਲੀਜ਼, ਜੋ ਆਈਡੀ ਵਗੈਰਾ ਯੂਜ਼ ਕਰਨੀ ਹੈ ਕਿਸ ਤਰ੍ਹਾਂ ਕਰ ਸਕਦੇ, ਉਹਦੇ ਬਾਰੇ ਦੱਸਣ ਦੀ ਕਿਰਪਾਲਤਾ ਕਰੋ। ਸੋ ਹਰੇਕ ਸ਼ਨੀਵਾਰ ਅਸੀਂ ਵੈਬਿਨਾਰ ਕਰਦੇ ਹਾਂ ਅਲੱਗ-ਅਲੱਗ ਮੁੱਦਿਆਂ ਦੇ ਉੱਤੇ। ਸੋ ਅੱਜ ਸ਼ਨੀਵਾਰ ਨੂੰ ਇੰਡੀਅਨ ਟਾਈਮ ਰਾਤੀ 8:30 ਵਜੇ ਬ੍ਰੈਂਪਟਨ ਇਮੀਗ੍ਰੇਸ਼ਨ ਦੇ ਫੇਸਬੁੱਕ ਪੇਜ ਦੇ ਉੱਤੇ ਅਸੀਂ ਲਾਈਵ ਹੋਵਾਂਗੇ, ਜਿਸ ਵਿੱਚ ਤੁਸੀਂ ਅਨਲਿਮਿਟਿਡ ਕੁਐਸਚਨ ਸਾਡੇ ਤੋਂ ਪੁੱਛ ਸਕਦੇ ਹੋ। ਅੱਜ ਹੀ ਜਾ ਕੇ ਬ੍ਰੈਂਪਟਨ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ ਨੂੰ ਲਾਈਕ ਕਰੋ ਸੋ ਦੈਟ ਹਰੇਕ ਵੈਬਿਨਾਰ ਦੀ ਜਾਣਕਾਰੀ ਤੁਹਾਨੂੰ ਐਡਵਾਂਸਡ ਮਿਲ ਸਕੇ। ਇਸ ਹਫਤੇ ਦਾ ਜਿਹੜਾ ਵੈਬਿਨਾਰ ਦਾ ਟੌਪਿਕ ਆ ਉਹ ਡੈਪੂਟੇਸ਼ਨ, ਮਿਸ ਰਿਪਰੈਜ਼ੈਂਟੇਸ਼ਨ ਐਂਡ ਮੈਰਿਜ ਆਫ ਕਨਵੀਨੀਅੰਸ ਆ। ਇਸ ਦੇ ਵਿੱਚ ਸਾਡੇ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਉਹ ਤੁਹਾਨੂੰ ਲੀਗਲ ਪਰਸਪੈਕਟਿਵਸ ਕੀ ਨੇ, ਮੈਰਿਜ ਆਫ ਕਨਵੀਨੀਅੰਸ ਲੀਗਲੀ ਕੀ ਹੈਗੀ ਆ, ਉਹਦੇ ਕੀ ਅਸਰ ਹੋ ਸਕਦੇ ਨੇ, ਡੈਪੂਟੇਸ਼ਨ ਕਿਵੇਂ ਹੋ ਸਕਦੀ ਆ, ਮਿਸ ਰਿਪਰੈਜ਼ੈਂਟੇਸ਼ਨ ਦੇ ਨਾਲ ਕੀ ਕੁਝ ਹੋ ਸਕਦਾ। ਮੈਂ ਇੱਥੇ ਇੱਕ ਗੱਲ ਦੱਸਦਾ, ਸ਼ਾਇਦ ਮੈਂ ਪਹਿਲਾਂ ਵੀ ਕਹੀ ਹੈ ਗੱਲ, ਕਿ ਮਿਸ ਰਿਪਰੈਜ਼ੈਂਟੇਸ਼ਨ ਕੋਈ ਖੇਡ ਨਹੀਂ ਹੈਗੀ। ਮਿਸ ਰਿਪਰੈਜ਼ੈਂਟੇਸ਼ਨ ਦਾ ਅਸਰ ਇਹ ਨਹੀਂ ਹੈ ਕਿ ਤੁਹਾਨੂੰ ਅੱਜ PR ਮਿਲ ਗਈ ਜਾਂ ਸਿਟੀਜ਼ਨਸ਼ਿਪ ਵੀ ਮਿਲ ਗਈ। ਸਿਰਫ ਇੱਕੋ ਇੱਕ ਤਰੀਕਾ ਆ ਕੈਨੇਡਾ ਦੇ ਵਿੱਚ ਕਿ ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਹੋ ਸਕਦੀ ਆ। ਅਗਰ ਇਹ ਗੱਲ ਪਤਾ ਚੱਲ ਜੇ ਸਰਕਾਰ ਨੂੰ ਕਿ ਤੁਸੀਂ ਸਿਟੀਜ਼ਨਸ਼ਿਪ ਲੈਣ ਵਾਸਤੇ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਸੀ ਤੇ ਤੁਹਾਡੀ ਸਿਟੀਜ਼ਨਸ਼ਿਪ ਤੱਕ ਰਿਵੋਕ ਹੋ ਸਕਦੀ ਹੈ। ਸੋ ਇੱਕੋ ਤਰੀਕਾ ਜਿੰਨਾ ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਹੋਊਗੀ ਉਹ ਹੈਗੀ ਆ ਮਿਸ ਰਿਪਰੈਜ਼ੈਂਟੇਸ਼ਨ। ਸੋ ਇਹ ਬਹੁਤ ਸੀਰੀਅਸ ਆਫੈਂਸ ਆ, ਇਹ ਕੋਈ ਛੋਟਾ ਮੋਟਾ ਅਫੈਂਸ ਨਹੀਂ ਹੈਗਾ। ਇਹਨੂੰ ਸੀਰੀਅਸਲੀ ਲੈ ਕੇ ਚੱਲੋ ਕਿ ਮੰਨ ਲਓ ਕਿ 15 ਸਾਲ 20 ਸਾਲ ਤੁਸੀਂ ਕੈਨੇਡਾ 'ਚ ਰਹਿ ਵੀ ਗਏ, ਚੋਰੀ ਕਦੀ ਨਹੀਂ ਲੁਕੀ ਰਹਿੰਦੀ। ਉਹ 20 ਸਾਲ ਬਾਅਦ ਅਗਰ ਨਿਕਲ ਆਈ, ਤੁਹਾਡੀ ਜ਼ਿੰਦਗੀ ਦੇ 20 ਸਾਲ ਨਿਕਲਣ ਤੋਂ ਬਾਅਦ ਚੋਂ ਅਗਰ ਤੁਹਾਨੂੰ ਇੱਥੋਂ ਦੀ ਵਾਪਸ ਭੇਜਿਆ ਜਾਂਦਾ ਆ, ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਂਦੀ ਆ, ਤੇ ਤੁਸੀਂ ਨਾ ਇੱਧਰ ਦੇ ਰਹੋਗੇ ਨਾ ਉੱਧਰ ਦੇ ਰਹੋਗੇ। ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨੂੰ ਸਮਾਂ ਦੇਣ ਦੇ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।